ਅੱਜ ਜੋ ਅਸੀਂ ਇਹਨਾਂ 4 ਸਾਲਾਂ 'ਚ ਅਚੀਵਮੈਂਟ ਲਿਆਂਦੀਆਂ ਨੇ, ਖਾਸ ਕਰਕੇ ਕੋਵਿਡ ਦੇ ਵਿੱਚ ਕੋਆਪਰੇਟਿਵ ਔਰ ਜੇਲ੍ਹ ਡਿਪਾਰਟਮੈਂਟ ਨੇ ਜਿਹੜੀ ਆਪਣੀ ਪਰਫਾਰਮੈਂਸ ਦਿਖਾਈ ਆ, ਅਤੇ ਮੇਰੇ ਖਿਆਲ ਹੈ ਕਿ ਦੋਨੋਂ ਹੀ ਡਿਪਾਰਟਮੈਂਟ ਨੇ ਆਪਣੀ ਫਸਟ ਲਾਈਨ ਹੁੰਦਿਆਂ ਵੀ ਇਹਦੇ 'ਤੇ ਬਹੁਤ ਜ਼ਿਆਦਾ ਕੰਮ ਕੀਤਾ। ਜਿਵੇਂ ਸਾਡਾ ਕੋਆਪਰੇਟਿਵ ਬੈਂਕ ਨੇ, ਜਿਹਨੂੰ PSCB ਕਹਿੰਦੇ, ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਉਹਦੇ 'ਚ ਵੱਖ-ਵੱਖ ਜਿਹੜੀਆਂ ਸੁਸਾਇਟੀਆਂ, ਮਾਈਕਰੋ ਫਾਈਨਾਂਸ, ਜਿਹੜੇ ਰੀਸਟਰਕਚਰਿੰਗ, ਜਿਹੜੇ ਬੈਂਕਾਂ ਦੇ ਵਿੱਚ ਘੁਟਾਲੇ ਫੜੇ, ਅਤੇ ਮੇਰੇ ਖਿਆਲ ਕਿ ਇਹ ਬਹੁਤ ਵੱਡੀ ਅਚੀਵਮੈਂਟ ਸੀਗੀ। RCS ਸਾਹਿਬ ਅਤੇ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਅਤੇ MD ਜਿਹੜੇ ਸਾਡੇ ਡਿਪਾਰਟਮੈਂਟਾਂ ਦੇ ਨੇ, ਸਾਡੀ ਜਿਹੜੀ ਮੇਨ ਸੀਗੀ ਕਿ ਜਿਹੜੇ ਪੰਜਾਬ ਦੇ ਫਾਰਮਰਸ ਨੇ, ਖਾਸ ਕਰਕੇ ਪੈਕਸ ਦੇ ਵਿੱਚ ਜਿਹਨਾਂ ਨੂੰ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਜ਼ ਕਿਹਾ ਜਾਂਦਾ, ਅਤੇ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਜ਼ ਨੂੰ ਕਿਵੇਂ ਸਟਰੈਂਥਨ ਕਰਨਾ, ਕਿਵੇਂ ਪੰਜਾਬ ਦੇ ਜਿਹੜੇ ਕਿਸਾਨ ਨੇ ਅਤੇ ਖੇਤ ਮਜ਼ਦੂਰ ਨੇ, ਉਹਨਾਂ ਦੀ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦੇ ਵਿੱਚ ਕੰਟਰੀਬਿਊਸ਼ਨ ਕਿਵੇਂ ਲੈਣੀ ਹੈ। ਸਾਡੀਆਂ ਜਿਹੜੀਆਂ ਕੋਈ 3500 ਕੋਆਪਰੇਟਿਵ ਸੁਸਾਇਟੀਜ਼ ਨੇ ਪੰਜਾਬ ਦੇ ਵਿੱਚ, ਉਹਦੇ 'ਚ 500 ਤੋਂ 700 ਜਿਹੜੀ ਆ ਇਹ ਹੁਣ ਡਿਫਾਲਟ 'ਚ ਰਹੀਆਂ ਨੇ, ਬਾਕੀ ਸਾਰੀਆਂ ਅਸੀਂ ਉਹਦੇ 'ਚੋਂ ਬਾਹਰ ਕੱਢ ਲਈਆਂ ਨੇ। ਕੋਈ ਮੇਰੇ ਖਿਆਲ 600 ਜਿਹੜੀ ਆ ਡਿਫਾਲਟ 'ਚੋਂ ਬਾਹਰ ਕੱਢ ਕੇ ਅਸੀਂ ਪ੍ਰੋਫਿਟ 'ਤੇ ਉਹਨਾਂ ਨੂੰ ਲੈਣ ਦਾ। ਜਿਹੜੀਆਂ ਰਹਿ ਗਈਆਂ ਨੇ ਬਾਕੀ, ਉਹਨਾਂ ਦੀ ਰੀਸਟਰਕਚਰਿੰਗ, ਉਹਨਾਂ ਨੂੰ ਮਰਜ ਕਰਨਾ ਜਾਂ ਉਹਨਾਂ ਨੂੰ ਬਾਈਫਰਕੇਟ ਕਰਨਾ ਕਿ ਕਿੱਦਾਂ ਕਿ ਉਹਨੂੰ ਕਰਨਾ, ਉਹਦੇ ਬਾਰੇ ਅਸੀਂ ਜਿਹੜੀ ਆ ਵੱਖ-ਵੱਖ ਤਰੀਕੇ ਨਾਲ ਕਰ ਰਹੇ ਹਾਂ। ਦੂਸਰੀ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਅਸੀਂ ਇਹ ਜਿਹੜੀਆਂ ਸੁਸਾਇਟੀਜ਼ ਨੇ, ਇਹਨਾਂ ਨੂੰ ਮੈਗਾ ਜਿਹੜੇ ਸੁਸਾਇਟੀਜ਼ ਬਣਾਉਣਾ ਚਾਹੁੰਦੇ ਹਾਂ, ਉਹਦੇ ਵਿੱਚ ਪ੍ਰਾਈਵੇਟ ਜਿਹੜੀਆਂ ਨੇ ਉਹਨਾਂ ਨੂੰ ਵੀ, ਔਰ ਜਿੰਨੇ ਸਾਡੇ ਡਿਪਾਰਟਮੈਂਟ ਦੇ ਪ੍ਰੋਡਕਟ ਨੇ, ਮਾਰਕਫੈਡ, ਮਿਲਕਫੈਡ ਅਤੇ ਜਾਂ ਹੋਰ ਵੀ ਜਿਹੜੇ, ਉਹਨਾਂ ਸਾਰਿਆਂ ਦਾ ਇੱਕ ਮੈਗਾ ਸਟੋਰ ਬਣਾ ਕੇ ਉੱਥੇ ਉਹ ਵੇਚਣ, ਅਤੇ ਜਿਹੜੇ ਸੁਸਾਇਟੀ ਦੇ ਮੈਂਬਰ ਨੇ ਉਹ ਉੱਥੋਂ ਆਪਣਾ ਸਮਾਨ ਖਰੀਦ ਸਕਦੇ ਨੇ, ਔਰ ਜਦੋਂ ਫਸਲ ਦੀ ਪੇਮੈਂਟ ਹੁੰਦੀ ਹੈ ਉਦੋਂ ਉਹਦੇ 'ਚ ਉਹ ਆਪਣੇ ਪੈਸੇ ਦੇ ਸਕਦੇ। ਅਤੇ ਨਾਲ ਹੀ ਜਿਹੜੇ ਵੱਖ-ਵੱਖ ਡਿਪਾਰਟਮੈਂਟ ਨੇ ਸਾਡੇ, ਜਾਂ ਜੇਲ੍ਹ ਡਿਪਾਰਟਮੈਂਟ ਲੈ ਲਓ ਜਾਂ ਕੋਆਪਰੇਟਿਵ ਡਿਪਾਰਟਮੈਂਟ ਲੈ ਲਓ, ਅਸੀਂ ਇੱਕ MOU ਸਾਈਨ ਕੀਤਾ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਨਾਲ ਕਿ ਸਾਡੀਆਂ ਜੇਲ੍ਹਾਂ ਦੇ ਵਿੱਚ ਔਰ ਜਿਹੜੀਆਂ ਸ਼ੂਗਰ ਮਿਲਸ ਨੇ, ਜਿਹੜੇ ਸਾਡੇ ਮਾਰਕੀਟ ਦੇ ਜਿੱਥੇ ਸਾਈਟਸ ਪਈਆਂ ਨੇ, ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕੀਤਾ। ਉਹਨਾਂ ਨੇ ਪਹਿਲਾ ਜਿਹੜਾ ਪੈਟਰੋਲ ਪੰਪ ਆ ਉਹ ਮੋਰਿੰਡਾ ਦੇ ਵਿੱਚ ਸਾਡਾ ਅੱਜ ਚਾਲੂ ਆ, ਔਰ ਸਾਡੀ ਬੜੀ ਵਧੀਆ ਸੇਲ ਉੱਥੇ ਜਿਹੜੀ ਚੱਲ ਰਹੀ ਹੈ। ਔਰ ਉਹ ਸਾਡੀ ਸ਼ੂਗਰ ਮਿਲ ਮੋਰਿੰਡਾ ਚਲਾ ਰਹੀ ਹੈ, ਬਟਾਲਾ ਸ਼ੂਗਰ ਮਿਲ ਦਾ, ਗੁਰਦਾਸਪੁਰ ਸ਼ੂਗਰ ਮਿਲ, ਔਰ ਜਿਹੜੀ ਜੀਰਾ ਦੀ ਬੰਦ ਸ਼ੂਗਰ ਮਿਲ ਪਈ ਆ, ਉਹਦੇ ਵਿੱਚ ਵੀ ਸਾਡੀ ਤਕਰੀਬਨ 9 ਥਾਵਾਂ 'ਤੇ ਉਹਨਾਂ ਸ਼ੂਗਰ ਮਿਲਾਂ ਦੇ ਵਿੱਚ ਸਾਨੂੰ ਉਹਨਾਂ ਨੇ ਕਰ ਦਿੱਤਾ ਜਿਹੜਾ MOU, ਜਿਹੜਾ ਉਹਨਾਂ ਨੇ ਸਾਨੂੰ ਪੰਪ ਜਿਹੜੇ ਅਲੋਟ ਕਰ ਦਿੱਤੇ ਨੇ। ਨਾਲ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਜ਼ ਨੇ ਪਿੰਡਾਂ ਦੇ ਵਿੱਚ, ਉਹ ਵੀ ਉਹਨਾਂ ਨੇ ਆਇਡੈਂਟੀਫਾਈ ਕਰਕੇ, ਔਰ ਇਹ ਪਾਇਲਟ ਪ੍ਰੋਜੈਕਟ ਮੈਂ ਬੜੇ ਤੁਹਾਨੂੰ ਕਹਿ ਸਕਦਾ ਕਿ ਪੰਜਾਬ ਗੌਰਮੈਂਟ ਨੇ ਪਹਿਲਾ MOU ਸਾਈਨ ਕੀਤਾ ਇੰਡੀਆ ਦੇ ਵਿੱਚ, ਅਤੇ ਔਰ ਅਸੀਂ ਬੜਾ ਸਕਸੈਸਫੁਲੀ ਉਹਦੇ 'ਚ ਕਾਮਯਾਬ ਹੋਏ। ਜਿਹੜੀਆਂ ਪਿੰਡਾਂ ਦੀਆਂ ਸੁਸਾਇਟੀਜ਼ ਨੇ ਉਹਨਾਂ ਦਾ ਵੀ ਅਸੀਂ ਉਹਨਾਂ ਨੂੰ ਕੀਤਾ ਕਿ ਤੁਸੀਂ ਉਹਦੇ ਕਾਫੀ ਸੁਸਾਇਟੀਆਂ ਨੂੰ ਆਇਡੈਂਟੀਫਾਈ ਕਰਕੇ ਔਰ ਉਹਨਾਂ ਦਾ ਪ੍ਰੋਫਿਟ ਦੇਖ ਕੇ ਕਿ ਕਿੰਨੀ ਸੇਲ ਹੋ ਸਕਦੀ ਆ, ਉਹ ਵੀ ਅਸੀਂ ਉਹਨਾਂ ਦੇ ਨਾਲ, ਉਹਨਾਂ ਨੇ ਸਾਨੂੰ ਡੀਜ਼ਲ ਜਿਹੜੇ ਹੈਗੇ ਨੇ ਉੱਥੇ ਪੰਪ, ਉਹਨਾਂ ਦੀ ਸਾਨੂੰ ਦੇ ਦਿੱਤੀ ਹੈ। ਕੋਆਪਰੇਟਿਵ ਬੈਂਕ ਦੇ ਵਿੱਚ IT ਸੋਧਾਂ ਬਿੱਲ ਦੀ ਜਿਹੜੀ ਹੈ ਕਿ RTGS, ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਕੋਆਪਰੇਟਿਵ ਬੈਂਕ ਸਿਰਫ ਉਸੇ ਬ੍ਰਾਂਚ ਹੀ ਰਹਿ ਜਾਂਦਾ ਸੀ, ਜਿਹੜਾ ਸਭ ਤੋਂ ਵੱਡਾ ਸਾਡਾ ਡਰਾਬੈਕ ਸੀਗਾ। ਉਹਨੂੰ ਅਸੀਂ ਹੁਣ ਜਿਹੜਾ ਮਰਜਰ ਹੋਣ ਲੱਗਾ, ਉਹਦੇ 'ਚ ਇਹ ਪੂਰਾ ਦੂਸਰਾ ਇੱਕ ਬੈਂਕ, ਪੂਰੇ ਫੁੱਲ ਫਲੈਜ ਬੈਂਕ ਹੋਏਗਾ ਪੰਜਾਬ, ਔਰ ਇਹਦੀ ਕਿਸੇ ਵੀ ਬ੍ਰਾਂਚ 'ਚ ਜਾ ਕੇ ਜਾਂ ਕਿਸੇ ਵੀ ਸਟੇਟ 'ਚ ਜਾ ਕੇ ਅਸੀਂ ਇਹਦੇ ਪੈਸੇ ਜਿਹੜੇ ਕਢਵਾ ਸਕਦੇ ਹਾਂ ਜਾਂ ਆਪਣਾ ਲੈਣ ਦੇਣ ਕਰ ਸਕਦੀ ਹੈ। ਸਟੈਂਪ ਅਸੀਂ ਇਹਦੇ ਵਿੱਚ ਸਟੈਂਪ ਜਿਹੜੇ ਜਿਹੜੇ ਤੁਸੀਂ ਇੱਕ ਸਟੈਂਪ ਪੇਪਰ ਲੈਣੇ ਹੁੰਦੇ ਸੀ, ਉਹ ਅਸੀਂ ਆਪਣੇ ਬੈਂਕਾਂ ਦੇ ਵਿੱਚ ਸਟਾਰਟ ਕਰ ਦਿੱਤਾ। ਕੋਈ 84 ਲੱਖ ਦੇ ਸਟੈਂਪ ਪੇਪਰ ਅਸੀਂ ਜਾਰੀ ਕੀਤੇ ਸੀਗੇ, ਅਤੇ ਉਹਦੇ 'ਚੋਂ ਵੀ ਸਾਨੂੰ ਇਹਨਾਂ 'ਚ ਬੀਮਾ ਅਸੀਂ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਇੱਕ, ਤੁਸੀਂ ਉਹਨੂੰ ਬੜੀਆਂ ਖਬਰਾਂ ਲੱਗੀਆਂ, ਮੇਰੇ ਬੜੇ ਫਰੈਂਡ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਅਸੀਂ
ਆਪਣੇ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਾਡੇ ਤਿੰਨੇ ਚਾਰੇ ਅਦਾਰੇ ਸੀਗੇ ਉਹਨਾਂ ਨੇ ਕੋਵਿਡ 'ਚ ਇੰਸ਼ੋਰੈਂਸ ਸਟਾਰਟ ਕੀਤੀ ਸੀ। ਕੋਈ 2,10,000 ਸਾਨੂੰ ਪ੍ਰੀਮੀਅਮ 2 ਕਰੋੜ 10 ਲੱਖ ਸਾਨੂੰ ਪ੍ਰੀਮੀਅਮ ਦੇਣਾ ਪਿਆ। ਉਹਦੇ 'ਚ ਮੇਰੇ ਖਿਆਲ ਕਿ 4 ਜਾਂ 5 ਜਿਹੜੇ ਸਾਡੇ ਇੰਪਲਾਈ ਸੀ 5 ਇੰਪਲਾਈਜ਼ ਜਿਹੜੇ ਸੀਗੇ ਉਹਨਾਂ ਦੀ ਜਾਨ ਚਲੀ ਗਈ ਅਤੇ ਉਹਦੇ 'ਚ 25-25 ਲੱਖ ਰੁਪਈਆ ਇਮੀਡੀਏਟਲੀ ਉਹਨਾਂ ਨੂੰ ਅਸੀਂ ਉਹ ਕੀਤਾ। ਮੇਰੇ ਖਿਆਲ ਪਹਿਲਾ ਡਿਪਾਰਟਮੈਂਟ ਹੈ, ਬਾਕੀ ਦੇ ਪੰਜਾਬ ਗੌਰਮੈਂਟ ਹੀ ਕਰਦੀ ਸੀ ਅਤੇ ਉਹਦੇ 'ਚ ਅਸੀਂ ਉਹ ਵੀ ਲੈ ਕੇ ਜਿਹੜੇ ਸਾਡੇ ਮੇਰੇ ਖਿਆਲ ਡੇਲੀ ਵੇਜਸ ਸੀਗੇ ਉਹਨਾਂ ਨੂੰ ਵੀ ਅਸੀਂ ਕਵਰ ਕੀਤਾ ਕਿ ਇਸ ਕਰਕੇ ਜਿਹੜਾ ਇੰਪਲਾਈ ਕੰਮ ਕਰ ਰਿਹਾ ਭਾਵੇਂ ਉਹ ਪਰਮਾਨੈਂਟ ਹੈ ਉਹਨੂੰ ਡੇਲੀ ਵੇਜਸ ਨੂੰ ਉਹ ਅਸੀਂ ਸਹੂਲਤ ਦਿੱਤੀ ਔਰ ਪੂਰੀ ਫੈਮਿਲੀ ਉਹਦੇ 'ਚ ਕਵਰ ਕੀਤੀ ਅਤੇ ਉਹਨਾਂ ਨੂੰ ਅਸੀਂ ਮੇਰੇ ਖਿਆਲ ਉਹਦੇ 'ਚ 1.25 ਕਰੋੜ ਰੁਪਈਆ ਸਾਡਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਚਲ ਗਏ। ਭਾਈ ਕਨ੍ਹਈਆ ਸਕੀਮ 'ਚ ਜਿਹੜੀ ਸਾਡੀ ਉਹ ਬੜੀ ਸਕਸੈਸਫੁਲ ਚੱਲੀ ਹੈ ਅਤੇ ਨਾਲ ਹੀ ਉਹਦੇ 'ਚ ਇੱਕ ਅਸੀਂ ਹੋਰ ਐਡ ਕਰ ਦਿੱਤਾ ਕਿ ਜਿਹੜੀਆਂ ਲੜਕੀਆਂ ਦੇ ਜਨਮ ਲੈਣਗੀਆਂ ਉਹਨਾਂ ਨੂੰ ਮਹਿਲਾਵਾਂ ਨੂੰ 2100 ਰੁਪਇਆ ਸ਼ਗਨ ਦੇ ਤੌਰ 'ਤੇ ਵੀ ਜਿਹੜੀ ਭਾਈ ਕਨ੍ਹਈਆ ਸਕੀਮ 'ਚ ਲੈ ਕੇ ਆਏ ਅਤੇ ਹੁਣ ਤੱਕ 12,500 ਜਿਹੜੇ ਬੈਨੀਫਿਸ਼ਰੀਜ਼ ਨੇ ਉਹਨਾਂ 'ਚ 15,027 ਲੱਖ ਜਿਹੜਾ ਉਹਨਾਂ ਦਾ ਆਪਣੇ ਕੋਆਪਰੇਟਿਵ ਵੱਲੋਂ ਕਰਵਾਇਆ। ਇਸੇ ਤਰ੍ਹਾਂ ਹੀ ਸਾਡਾ ਕੋਆਪਰੇਟਿਵ SADB ਜਿਹਨੂੰ ਪ੍ਰਾਇਮਰੀ ਲੈਂਡ ਬੈਂਕ ਕਹਿੰਦੇ ਆ, ਐਗਰੀਕਲਚਰ ਲੈਂਡ ਡਿਵੈਲਪਮੈਂਟ ਬੈਂਕ, ਹੁਣ ਇਹਦਾ ਨਾਂ SADB ਹੋ ਗਿਆ। ਇਹਦੇ 'ਚ ਕਾਫੀ ਮੇਰੇ ਖਿਆਲ 87 ਸਾਡੀਆਂ ਬ੍ਰਾਂਚਿਸ ਨੇ। ਉਹਦੇ 'ਚ ਮੋਰ ਦੈਨ 80% ਸਾਡੀਆਂ C ਕੈਟਾਗਰੀ 'ਚ ਜਿਹਦੇ 'ਚ ਅਸੀਂ ਕੰਮ ਨਹੀਂ ਬਿਲਕੁਲ ਕਰ ਸਕਦੇ ਅਤੇ ਆਲਮੋਸਟ ਇਹ ਵਾਈਂਡ ਅਪ ਹੋਣ 'ਤੇ ਡਿਪਾਰਟਮੈਂਟ ਬੈਠਾ ਸੀਗਾ। ਉਹਦੇ 'ਚ ਗੌਰਮੈਂਟ ਨੇ ਆਪਣੇ ਨਬਾਰਡ ਕੋਲ ਜਾ ਕੇ 3,000 ਕਰੋੜ ਪੂਰੇ ਇੰਡੀਆ ਲਈ ਉਹਨਾਂ ਕੋਲ ਆਇਆ ਸੀ। ਉਹਦੇ 'ਚੋਂ ਅਸੀਂ 2 ਮਹੀਨੇ ਪਹਿਲਾਂ ਸਾਡੇ RCS ਸਾਹਿਬ ਅਤੇ MD ਸਾਹਿਬ ਹੀ ਸਾਰੇ ਜਾ ਕੇ ਆਏ ਹਾਂ ਔਰ ਚੇਅਰਮੈਨ ਸਾਹਿਬ ਦਾ ਮੈਂ ਨਬਾਰਡ ਦੇ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸਾਨੂੰ 750 ਕਰੋੜ ਰੁਪਈਆ ਰੀਸਟਰਕਚਰਿੰਗ ਲਈ ਇਹ ਪੈਸਾ ਦਿੱਤਾ ਜਿਹੜਾ ਅਸੀਂ ਵੱਖ-ਵੱਖ ਥਾਵਾਂ ਤੋਂ ਲਿਆ ਸੀਗੇ ਵੱਧ ਵਿਆਜ 'ਤੇ ਪੈਸੇ ਲੈ ਕੇ। ਉਹਦੇ 'ਚ ਉਹਨਾਂ ਸਾਨੂੰ 4 ਤੋਂ 5% ਦੇ ਵਿੱਚ ਉਹਨਾਂ ਨੇ ਸਾਨੂੰ ਕੀਤਾ ਅਤੇ ਅਸੀਂ ਆਪਣੇ ਉਹ ਪੈਸੇ ਵਾਪਸ ਕਰਕੇ ਵੱਖ-ਵੱਖ ਬੈਂਕਾਂ ਦੇ ਉਹਨਾਂ ਕੋਲੋਂ ਅਸੀਂ 400 ਕਰੋੜ ਵਾਪਸ ਆਇਆ। 350 ਕਰੋੜ ਉਹਨਾਂ ਨੇ ਸਾਨੂੰ ਰੀਫਾਈਨੈਂਸਿੰਗ ਲਈ ਉਹ ਦੇ ਦਿੱਤਾ। ਨਾਲ ਹੀ ਇਹਦੇ 'ਚ ਇੰਟਰਸਟ ਪੀਨਲ ਇੰਟਰਸਟ ਅਸੀਂ ਮਾਫ ਕੀਤਾ। ਇਹਦੇ 'ਚ ਲੈਂਡ ਐਗਰੀਕਲਚਰ ਡਿਵੈਲਪਮੈਂਟ ਬੈਂਕ 'ਚ ਪੀਨਲ ਇੰਟਰਸਟ ਅਤੇ ਉਹਨਾਂ ਦੇ ਜਿਹੜੇ ਖਾਤੇ ਨੇ ਰੀਸਟਰਕਚਰ ਕਰ ਦਿੱਤੇ ਨੇ ਕਿ ਤੁਸੀਂ ਆਪਣਾ ਕਰਜ਼ਾ ਜਿਹੜਾ ਉਹਨੂੰ ਰੀਸਟਰਕਚਰ ਕਰ ਲਓ ਅਤੇ ਤੁਹਾਨੂੰ ਉਹਦੇ 'ਚ ਅਸੀਂ ਜੋ ਬੈਨੀਫਿਟਸ ਨੇ ਉਹ ਵੀ ਕਰਾਂਗੇ। ਦੂਜਾ ਅਸੀਂ ਚੀਫ ਮਿਨਿਸਟਰ ਰਿਲੀਫ ਫੰਡ 'ਚ ਇਸੇ ਬੈਂਕ ਵੱਲੋਂ 15,17,000 ਰੁਪਈਆ ਕਿਉਂਕਿ ਡਿਫਾਲਟ 'ਚ ਹੁੰਦਿਆਂ ਵੀ ਫਿਰ ਵੀ ਇਹ ਬੈਂਕ ਸਾਡਾ ਅੱਗੇ ਹੋ ਕੇ ਆਇਆ। ਟੋਟਲ ਸਾਡੇ ਡਿਪਾਰਟਮੈਂਟ ਕੋਈ 2 ਕਰੋੜ ਤੋਂ ਉੱਪਰ ਸਾਰੇ ਡਿਪਾਰਟਮੈਂਟ ਨੇ ਕੋਵਿਡ ਦੇ ਵਿੱਚ ਵੀ ਆਪਣੀ ਕੰਟਰੀਬਿਊਸ਼ਨ ਉੱਥੇ ਦਿੱਤੀ। ਤੀਸਰਾ ਮਿਲਕਫੈਡ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਿਸ ਤਰੀਕੇ ਦੇ ਨਾਲ ਅਸੀਂ ਕੋਵਿਡ ਦੇ ਵਿੱਚ ਜਦੋਂ ਲਾਕਡਾਊਨ ਵੀ ਆ ਗਿਆ ਔਰ ਹਰ ਪਾਸੇ ਦੁੱਧ ਦੀ ਕਿ ਇੱਕਦਮ ਸਾਰਾ ਕੁਝ ਹੀ ਖੜਾ ਹੋ ਗਿਆ ਕਿ ਕਰਫਿਊ ਜਿਸ ਵੇਲੇ ਲੱਗਾ ਉਹਦੇ 'ਚ ਵੇਰਕਾ ਔਰ ਮਾਰਕਫੈਡ ਨੇ ਤੁਹਾਨੂੰ ਪਤਾ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਪੂਰੇ ਪੰਜਾਬ ਦੇ ਵਿੱਚ ਔਰ ਸ਼ੂਗਰਫੈਡ ਨੇ ਤਿੰਨਾਂ ਨੇ। ਵੇਰਕਾ ਡੇਅਰੀ ਦੇ ਮੈਕਸੀਮਮ ਜਿਹੜਾ ਮੇਰੇ ਖਿਆਲ ਇੱਕ ਦਿਨ ਸਾਨੂੰ ਪ੍ਰੋਬਲਮ ਆਈ ਸੀ। ਤੁਹਾਡੇ ਸਾਰਿਆਂ ਦੇ ਟੈਲੀਫੋਨ ਆਉਂਦੇ ਰਹੇ ਕਿ ਇੱਥੇ ਦੁੱਧ ਨਹੀਂ ਪਹੁੰਚਿਆ ਜਾਂ ਹੋਰ ਕਿਤੇ ਨਹੀਂ ਪਹੁੰਚਿਆ ਔਰ ਇਮੀਡੀਏਟਲੀ ਉਹਨੂੰ ਅਸੀਂ ਕੰਟਰੋਲ ਕਰ ਲਿਆ। ਵੇਰਕੇ ਦੇ ਵਿੱਚ ਤੁਹਾਨੂੰ ਹੈਰਾਨਗੀ ਹੋਈ ਕਿ 1962 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਅੰਮ੍ਰਿਤਸਰ ਵੇਰਕਾ ਉੱਥੇ ਬਣਾਇਆ। ਜਦੋਂ ਸਟੈਬਲਿਸ਼ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਕੋਈ ਉਹਦੀ ਐਕਸਪੈਂਸ਼ਨ ਨਹੀਂ ਸੀ ਹੋਈ। MD ਵੀ ਸਾਡੇ ਬੈਠੇ ਨੇ ਸੰਘਾ ਸਾਹਿਬ ਅਤੇ ਉਹਦੇ ਮਿਲਕਫੈਡ ਦੇ। ਅਸੀਂ ਪਿਛਲੇ ਐਸੇ ਸਾਲ ਹੀ ਉਹਦੀ ਇਨੈਗੋਰੇਸ਼ਨ ਕੀਤੀ। ਉਹਦੀ ਜਿਹੜੀ ਸਮਰੱਥਾ ਉਹਨੂੰ ਡਬਲ ਕਪੈਸਿਟੀ 'ਤੇ ਅਸੀਂ ਉਹਨੂੰ ਕਰ ਦਿੱਤਾ। ਪਹਿਲਾਂ 1,05,000 ਲੀਟਰ ਪਰ ਡੇ ਸੀ ਉਹਦੀ, ਉਹ ਹੁਣ 2,05,000 ਪਰ ਲੀਟਰ ਡੇ ਹੋ ਗਈ ਹੈ ਕਿ 2.5 ਲੱਖ ਲੀਟਰ ਉਹ ਪ੍ਰੋਸੈਸ ਕਰੇਗਾ ਅਤੇ ਉਹਨੂੰ ਇਨਹਾਂਸ ਕਰਕੇ 5 ਲੱਖ ਤੱਕ
ਅਸੀਂ ਉਹਦੀ ਕਪੈਸਿਟੀ ਕਰ ਦਿੱਤੀ ਹੈ ਤਾਂ ਕਿ ਫਿਊਚਰ ਦੇ ਵਿੱਚ ਕੋਈ ਉਹਦੇ 'ਚ ਕਮੀ ਨਾ। ਇਸੇ ਤਰ੍ਹਾਂ ਹੀ ਲੁਧਿਆਣਾ ਮੋਹਾਲੀ ਵਾਲਾ ਜਿਹੜਾ ਪਲਾਂਟ ਆ ਇਹਦੇ 'ਚ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਬੜਾ ਡਰਾਸਟਿਕ ਸਟੈਪਸ ਲੈ ਕੇ ਉਹਨਾਂ ਨੂੰ ਅਸੀਂ ਦੂਸਰੇ ਜਿਹੜੇ ਕੋਈ ਹੋਰ ਪਲਾਂਟ ਜਿਹੜੇ ਮੈਨੂਫੈਕਚਰਰ ਨੇ ਉਹਨਾਂ ਤੋਂ ਅਸੀਂ ਬੈਟਰ ਆਪਣਾ ਉਹ ਸਟਰਕਚਰ ਖੜਾ ਕਰ ਲਿਆ। ਮਿਲਕ ਫੈਡ ਕੈਟਲ ਜਿਹੜੀ ਹੈ ਸਾਡੀ ਇਹ ਵਾਕਿਆ ਹੀ ਪੰਜਾਬ ਦੀ ਮੈਂ ਕਹੂੰਗਾ ਕਿ ਪੂਰੇ ਇੰਡੀਆ ਦੇ ਵਿੱਚ ਸਾਡੀ ਬੈਸਟ ਹੈ। ਜਿਹੜੇ ਸਾਡੀ ਅਸੀਂ ਖਰੀਦ ਕਰਦੇ ਹਾਂ ਜਿਹੜੀ ਕੋਈ ਉਹਦੇ 'ਚ ਇਨਗਰੀਡੀਐਂਟਸ ਪੈਂਦੇ ਨੇ ਉਹਦੇ ਲਈ ਅਸੀਂ ਮੈਂ ਦੋਨਾਂ ਪਲਾਂਟਾਂ ਦੇ ਉੱਤੇ 35 ਲੱਖ ਦੀਆਂ 2 ਲੈਬੋਰਟਰੀਜ਼ ਲਾਈਆਂ ਨੇ ਕਿ ਇਮੀਡੀਏਟਲੀ ਮੇਰਾ ਖਿਆਲ 2 ਮਿੰਟ ਦੇ ਵਿੱਚ ਸਾਡੇ ਕੋਲ ਰਿਜ਼ਲਟ ਆ ਜਾਂਦਾ ਕਿ ਇਹਦੇ 'ਚ ਮੱਕੀ 'ਚ ਕਿੰਨੇ ਕੰਟੈਂਟਸ ਨੇ ਜਾਂ ਦੂਸਰੇ ਐਡੀਬਲ ਆਇਲ ਜਿਹੜਾ ਪਾਉਂਦੇ ਉਹਦੇ 'ਚ ਰਾਈਸ ਬ੍ਰੈਨ ਆਇਲ ਪੈਂਦਾ ਉਹਦੇ ਇਹ ਸਾਰੀ ਚੀਜ਼ਾਂ ਕਰਕੇ ਕਿ ਬੈਸਟ ਫੀਡ ਜਿਹੜੀ ਆ ਸਾਡੀ ਤਿਆਰ ਹੋ ਰਹੀ ਆ। ਔਰ ਮੇਰਾ ਖਿਆਲ ਕਿ ਸਾਡੀ ਜਿਹੜੀ ਮੈਨੂਫੈਕਚਰ ਕਰ ਰਹੇ 125% ਤੱਕ ਸਾਡੇ ਉਹ ਪਲਾਂਟ ਚੱਲ ਰਹੇ ਨੇ ਅਤੇ ਜਿਹੜੀ ਸਾਡੀ ਇੱਥੋਂ ਨਹੀਂ ਹਿਮਾਚਲ ਔਰ JNK ਦੇ ਵਿੱਚ ਵੀ ਸਾਡੀ ਜਿਹੜੀ ਬੈਸਟ ਸੇਲ ਜਿਹੜੀ ਚੱਲ ਰਹੀ ਆ। ਅਸੀਂ ਪਰਸੋਂ ਹੀ ਉੱਥੋਂ ਦਾ ਲੈਫਟੀਨੈਂਟ ਜਿਹੜੇ ਗਵਰਨਰ ਨੇ ਸਾਰਾ ਡਿਪਾਰਟਮੈਂਟ ਅਸੀਂ ਉਹਨਾਂ ਨਾਲ ਜਾ ਕੇ ਮੀਟਿੰਗ ਕਰਕੇ ਆਏ ਹਾਂ ਕਿ ਸਾਡੀਆਂ ਜਿਹੜੇ ਪੰਜਾਬ ਦੇ ਪ੍ਰੋਡਕਟ ਨੇ ਮਿਲਕ ਫੈਡ ਸ਼ੂਗਰ ਫੈਡ ਔਰ ਮਾਰਕ ਫੈਡ ਦੇ ਤੇ ਉਹਨਾਂ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੀ ਤੁਹਾਡੀ ਕੈਟਲ ਫੀਡ ਆ ਉਹ ਪਹਿਲਾਂ ਹੀ ਸਾਡੇ ਆਉਂਦੀ ਆ ਉਹ ਲੈ ਕੇ ਆਓ ਅਸੀਂ ਹੋਰ ਇਹਦੀ ਸੇਲ ਜ਼ਿਆਦਾ ਕਰਾਂਗੇ। ਨਾਲ ਹੀ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਆਪਣਾ ਇੱਕ ਮਿਲਕ ਪਲਾਂਟ ਦਾ ਜਿਹੜਾ ਕੋਈ ਯੂਨਿਟ ਆ ਉਹ ਸਾਡੇ ਲਾਓ ਤਾਂ ਕਿ ਪੰਜਾਬ ਦਾ ਜਿਹੜਾ ਮਿਲਕ ਆ ਉਹ ਇੱਥੇ ਪ੍ਰੋਸੈਸ ਕਰਕੇ ਸਾਨੂੰ JNK ਦੇ ਵਿੱਚ ਸਪਲਾਈ ਦਿੱਤੀ ਜਾਏ। ਉਹਨਾਂ ਨਾਲ ਸਾਡੀ ਪਰਸੋਂ ਮੀਟਿੰਗ ਤੋਂ ਮੈਂ ਵਾਪਸ ਆਇਆ। ਇਸੇ ਤਰ੍ਹਾਂ ਹੀ ਡੇਅਰੀ ਕਿਸਾਨਾਂ ਦੀ ਜਿਹੜੀ ਟ੍ਰੇਨਿੰਗ ਹੈ ਫਾਰਮਰਸ ਦੀ ਟ੍ਰੇਨਿੰਗ ਉਹ CFP ਖੰਨਾ ਵਿਖੇ ਅਸੀਂ ਜਿਹੜਾ ਕੈਟਲ ਫੀਡ ਪਲਾਂਟ ਆ ਉੱਥੇ ਫਾਰਮਰਸ ਨੂੰ ਟ੍ਰੇਨਿੰਗ ਵੀ ਦਿੰਦੇ ਹਾਂ ਔਰ ਉਹਨਾਂ ਨੂੰ ਦੱਸਦੇ ਹਾਂ ਮਿਲਕ ਫੈਡ ਦੇ ਵਿੱਚ ਬਲਕ ਪੈਕਿੰਗ ਜਿਹੜੀ ਕਰਨੀ ਅਸੀਂ ਉਹ ਅਸੀਂ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਡੇਅਰੀ ਵਾਈਟਨਰ ਅੱਜ ਕੱਲ੍ਹ ਮੇਰਾ ਖਿਆਲ ਇੱਕ ਹੀ ਫਰਮ ਬਣਾਉਂਦੇ ਸੀ ਅਮੁਲ ਵਾਲੇ ਬਣਾਉਂਦੇ ਸੀ ਉਹ ਅਸੀਂ ਆਪਣਾ ਡੇਅਰੀ ਵਾਈਟਨਰ ਜਿਹੜਾ ਉਹ ਅਸੀਂ ਕਰ ਦਿੱਤਾ। ਹਾਂ ਛੋਟਾ ਵਾਲਾ ਜਿਹੜਾ ਨਿੱਕੇ 1 ਕੱਪ 'ਚ ਇੱਕ ਹੀ ਉਹ ਪੌਚ ਪੈਂਦਾ ਸੀ ਉਹਨੂੰ ਅਸੀਂ ਉਹ ਤਿਆਰ ਕੀਤੀ ਹੈ ਅਤੇ ਨਾਲ ਹੀ ਅਸੀਂ 4 ਫਲੇਵਰ ਜਿਹੜੇ ਨੇ ਇਹਦੇ ਆਈਸਕ੍ਰੀਮ ਦੇ ਨੈਚੁਰਲ ਜਿਹੜੀ ਆ ਕਿ ਉਹਦੇ 'ਚੋਂ ਇਹਦੇ ਬਾਕੀ ਤੁਸੀਂ ਦੇਖਿਆ ਹੋਣਾ ਕਿ ਆਇਲ ਪਾਉਂਦੇ ਆ ਔਰ ਤੁਸੀਂ ਜਦੋਂ ਉਹਦਾ ਖਾਓਗੇ ਸਾਡੀ ਜਿਹੜੀ ਆਈਸਕ੍ਰੀਮ ਬਣਦੀ ਉਹ ਪਿਓਰ ਮਿਲਕ ਤੋਂ ਬਣਦੀ ਆ ਉਹਦੇ 'ਚ ਕੋਈ ਹੋਰ ਚੀਜ਼ ਨਹੀਂ ਲਿਆਂਦੀ ਜਾਂਦੀ। ਜਿਹੜੇ ਫਰੂਟਸ ਨੇ ਇਹ ਵੀ ਜਿਹੜੇ ਫਰੈਸ਼ ਫਰੂਟਸ ਨੇ ਉਹ ਪਾ ਕੇ ਉਹਦਾ ਜਿਹੜਾ ਕੀਤਾ ਜਾਂਦਾ। ਮੈਂ ਮੇਰੇ ਖਿਆਲ ਕਿ ਪਤਾ ਨਹੀਂ ਆਪਾਂ ਲੈ ਕੇ ਆਏ ਕਿ ਨਹੀਂ ਅਤੇ ਅੱਜ ਇਹਨਾਂ ਨੂੰ ਵੈਸੇ ਇਹਨਾਂ ਨੂੰ ਟੇਸਟ ਕਰਾਉਣਾ ਚਾਹੀਦਾ ਸੀ ਸਾਨੂੰ ਉਹ ਤੁਸੀਂ ਕਰੋ ਕਿਸੇ ਨੂੰ ਆਰਡਰ ਇੰਨੇ ਚਿਰ 'ਚ ਪਹੁੰਚ ਜਾਣੀ ਹੈ ਔਰ ਵਾਕਈ ਉਹ ਤੁਸੀਂ ਉਹਨੂੰ ਕਰੋਗੇ ਠੰਡ ਨਹੀਂ ਗੀ ਉਹਦੇ ਨਾਲ ਖਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ ਆਪਣਾ ਕਿੱਥੋਂ ਤੱਕ ਅਸੀਂ ਕੀ ਕਰ ਰਹੇ ਹਾਂ। ਔਰ ਨਾਲ ਹੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਵੇਲੇ ਕੋਵਿਡ 'ਚ ਲੋਕ ਦੁੱਧ 'ਚ ਹਲਦੀ ਪਾ ਕੇ ਪੀਂਦੇ ਸੀ ਕੋਈ ਪਾਣੀ 'ਚ ਪਾ ਕੇ ਪੀਂਦਾ ਸੀ ਸਾਡੇ ਇਸ ਮਿਲਕ ਫੈਡ ਵਾਲਿਆਂ ਨੇ ਹਲਦੀ ਮਿਲਕ ਜਿਹੜਾ ਉਹ ਤਿਆਰ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਦਿੱਤਾ। ਮੈਂ ਆਪਣੇ ਸਾਰੇ ਡਿਪਾਰਟਮੈਂਟ ਨੂੰ ਉਹਦੇ 'ਚ ਮੁਬਾਰਕਬਾਦ ਵੀ ਦੇਣਾ। ਇਸੇ ਤਰ੍ਹਾਂ ਅਸੀਂ ਚੋਕੋ ਡਿਲਾਈਟ ਆਈਸਕ੍ਰੀਮ ਕੀਤੀ ਹੈ ਕੁਕੀ ਡਿਲਾਈਟ ਆਈਸਕ੍ਰੀਮ ਹਲਦੀ ਦੁੱਧ ਵਾਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਇਹਨਾਂ ਨੇ ਕੀਤੀਆਂ। ਅਤੇ ਅਗਲੇ ਪਾਸੇ ਸਾਡਾ ਸ਼ੂਗਰ ਜਿਹੜਾ ਫੈਡ ਡਿਪਾਰਟਮੈਂਟ ਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੇਰੇ ਖਿਆਲ ਉਹਦੇ ਬਾਰੇ ਤੁਸੀਂ ਬਾਅਦ 'ਚ ਮੈਨੂੰ ਕੁਐਸਚਨ ਕਰਨੇ ਉਹ ਬਾਅਦ 'ਚ ਕਰਾਂਗੇ। ਇਹ ਬੰਦ ਪਈਆਂ ਜਿਹੜੀ ਫਰੀਦਕੋਟ ਸਾਡੀ ਸ਼ੂਗਰ ਮਿਲ ਸੀ ਮੈਨੂੰ ਬੜੀ ਇੱਕ ਤੁਸੀਂ ਵੀ ਜਦੋਂ ਜਾ ਕੇ ਦੇਖੋਗੇ ਕਿ ਜਿਸ ਵੇਲੇ ਅਸੀਂ ਅਨਪਲੈਨਡ ਤਰੀਕੇ ਦੇ ਨਾਲ ਫੈਕਟਰੀਆਂ ਲਾ ਦਿੰਦੇ ਉਹਦੇ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੁੰਦਾ ਔਰ ਉਹੀ ਡਿਪਾਰਟਮੈਂਟ ਜਿਹੜੇ ਨੇ ਉਹ ਘਾਟੇ 'ਚ ਜਾਣੇ ਸਟਾਰਟ ਹੋ ਜਾਂਦੇ ਕਿਉਂਕਿ ਜਿਵੇਂ ਮਲੋਟ 'ਚ ਜਿਸ ਵੇਲੇ ਸ਼ੂਗਰ ਮਿਲ ਲੱਗੀ ਤਾਂ ਉਹ ਮਾਰਕੀਟ ਬੈਠ ਗਿਆ। ਜਿਵੇਂ ਫਰੀਦਕੋਟ ਲੱਗੀ ਸ਼ੂਗਰ ਫੈਡ ਵੱਲੋਂ ਉਹ ਆਪਣੇ ਸ਼ੂਗਰ ਫੈਡ ਵਾਲੇ ਉਹਨਾਂ ਦਾ ਕੰਮ ਡਾਊਨ ਚਲਾ ਗਿਆ। ਇਹ ਜਿਹੜੀਆਂ ਚੀਜ਼ਾਂ ਨੇ ਉੱਥੋਂ ਮੇਰੇ ਆਉਣ ਤੋਂ ਪਹਿਲਾਂ ਪਿਛਲੀ ਸਰਕਾਰ ਨੇ ਜਿਹੜੇ ਫਰੀਦਕੋਟ ਮਿਲ ਸੀਗੀ ਉਹਨੂੰ ਵੇਚ ਦਿੱਤਾ ਸੀ ਉਹਦੀ ਮਸ਼ੀਨਰੀ ਉੱਥੇ ਪਈ ਸੀ। ਅਸੀਂ ਆ ਕੇ ਭੋਗਪੁਰ ਜਿਹੜੀ ਆ ਉਹਦੀ 1000 ਕਪੈਸਿਟੀ ਸੀਗੀ ਅਤੇ ਉਹਨੂੰ ਉੱਥੋਂ ਸ਼ਿਫਟ ਕਰਕੇ ਜੇ ਅਸੀਂ ਨਵੀਂ ਸ਼ੂਗਰ ਮਿਲ ਲਾਉਂਦੇ ਕੋਈ 250-300 ਕਰੋੜ ਉਹਦੇ ਖਰਚ ਆਉਂਦਾ ਸੀ। ਟੋਟਲ ਸਾਡਾ
109 ਕਰੋੜ ਜਿਹੜੀ ਉਹਦੇ 'ਤੇ ਕੀਤਾ। ਉਹ ਸਾਰੀ ਮਸ਼ੀਨਰੀ ਅਸੀਂ ਉੱਥੇ ਲੈ ਕੇ ਸ਼ਿਫਟ ਕਰਕੇ 3000 TCD ਦੀ ਉਹ ਕਰ ਦਿੱਤੀ ਹੈ। ਔਰ ਨਾਲ ਹੀ ਉਹਦੇ 15 ਮੈਗਾਵਾਟ ਦਾ ਕੋਜਨਰੇਸ਼ਨ ਪਲਾਂਟ ਜਿਹੜਾ ਲਾਇਆ 3 ਸਾਲਾਂ ਦੇ ਵਿੱਚ ਉਹ 43 ਕਰੋੜ ਦੀ ਬਿਜਲੀ ਪੈਦਾ ਕਰੇਗਾ। ਅਤੇ ਜਿਹੜੀ ਕਿਸਾਨਾਂ ਦੀ ਵੱਖ-ਵੱਖ ਪ੍ਰੋਬਲਮਸ ਆ ਰਹੀਆਂ ਨੇ, ਜੇ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਤੁਹਾਨੂੰ ਕਿ ਅਗਰ ਅਸੀਂ ਇਕੱਲੀ ਸ਼ੂਗਰ ਬਣਾਵਾਂਗੇ ਕਦੇ ਵੀ ਸ਼ੂਗਰ ਮਿਲਾਂ ਜਿਹੜੀਆਂ ਸਸਟੇਨ ਨਹੀਂ ਕਰ ਪਾਉਣਗੀਆਂ। ਜੇ ਉਹਨਾਂ ਨੂੰ ਅਸੀਂ ਮੈਗਾ ਪ੍ਰੋਜੈਕਟ ਉਹਨਾਂ ਦੇ ਤਿਆਰ ਕਰਾਂਗੇ, ਉਹਨਾਂ ਨੂੰ ਸ਼ੂਗਰ ਕੰਪਲੈਕਸ ਬਣਾਵਾਂਗੇ ਅਤੇ ਉਹ ਸ਼ੂਗਰ ਮਿਲਾਂ ਫੇਰ ਪ੍ਰੋਫਿਟ 'ਚ ਆਉਣਗੀਆਂ। ਇਹਦੇ 'ਚ ਜਿਹੜੀ ਬਿਜਲੀ ਦੀ ਆ ਉਹਦਾ ਕਰ ਰਿਹਾ। ਹੁਣ ਹੀ ਅਸੀਂ 2-3 ਦਿਨ ਪਹਿਲਾਂ ਬੈਠ ਕੇ ਮੀਟਿੰਗ ਕੀਤੀ ਹੈ ਕਿ ਜਿੰਨੀਆਂ ਸ਼ੂਗਰ ਮਿਲਸ ਨੇ, ਇੱਕ ਪ੍ਰੈਸ ਮੱਡ ਹੁੰਦਾ ਜਿਹੜਾ ਬਾਹਰ ਕਾਲੇ ਜਿਹੇ ਕਲਰ ਦਾ ਪਿਆ ਹੁੰਦਾ, ਉਹਦੀ ਕੋਈ ਯੂਟੀਲਾਈਜੇਸ਼ਨ ਨਹੀਂ ਹੁੰਦੀ। ਅਸੀਂ ਉਹ ਕਰਨ ਲੱਗਿਆ ਕਿ ਜਿੰਨੀਆਂ ਸਾਰੀਆਂ ਸ਼ੂਗਰ ਮਿਲਾਂ ਨੂੰ ਕਰਕੇ ਵੱਖ-ਵੱਖ ਸ਼ੂਗਰ ਮਿਲਾਂ ਦੇ ਵਿੱਚ ਅਸੀਂ ਉਹਦੇ ਤੋਂ CNG ਤਿਆਰ ਕਰਕੇ ਉਹਦੀ ਵੀ ਜਿਹੜੀ ਇਨਕਮ ਹੋਣੀ ਆ ਉਹ ਵੀ ਸ਼ੂਗਰ ਮਿਲਾਂ 'ਚ ਜਾਏਗੀ ਤਾਂ ਕਿ ਫਾਰਮਰਸ ਦੀ ਉਹਦੀ ਵੀ ਜਲਦੀ ਪੇਮੈਂਟ ਹੋ ਸਕੇ। ਇਸੇ ਤਰ੍ਹਾਂ ਹੀ ਹਰ ਸ਼ੂਗਰ ਮਿਲ 'ਚ ਨਹੀਂ, ਜਿਵੇਂ ਬਟਾਲੇ 'ਚ ਲੱਗੇਗਾ ਉਹਨੂੰ ਗੁਰਦਾਸਪੁਰ ਫੀਡ ਕਰੇਗੀ, ਅਜਨਾਲੇ 'ਚ ਲੱਗੇਗਾ ਉਹਦੇ 'ਚ ਜਿਹੜੀ ਮਿਊਨਿਸਪਲ ਵੇਸਟ ਹੈ ਅਤੇ ਜਿਹੜੀਆਂ ਸਬਜ਼ੀਆਂ ਜਿਹੜੀਆਂ ਉੱਥੇ ਮੰਡੀ 'ਚ ਜਿਹੜੀ ਹੈ ਉਹ ਸਾਰਾ ਕੁਝ ਅਤੇ ਮਿਲਕ ਪਲਾਂਟ ਦਾ ਉਹਦੇ ਕਰਕੇ ਉੱਥੇ ਕਰਾਂਗੇ। ਇਹ ਜਿੰਨੀਆਂ ਵੇਸਟ ਨੇ ਜਿਹੜੀ ਕੋਈ ਯੂਟੀਲਾਈਜ਼ ਨਹੀਂ ਕਿਤੇ ਹੁੰਦਾ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਭੋਗਪੁਰ ਕਰਾਂਗੇ, ਭੋਗਪੁਰ ਔਰ ਸਾਡਾ ਨਕੋਦਰ ਵਾਲੀ ਮਿਲ ਕਰਾਂਗੇ, ਬਟ ਇੱਥੇ ਕਰਾਂਗੇ ਮੋਰਿੰਡਾ 'ਚ ਕਰਾਂਗੇ। ਇਹਦੇ ਨਾਲ ਬੁੱਢੇਵਾਲ ਔਰ ਸਾਡੀ ਨਵਾਂ ਸ਼ਹਿਰ ਜਿਹੜੀ ਸ਼ੂਗਰ ਮਿਲ ਹੈ ਉਹਨੂੰ ਉਹਦੇ ਨਾਲ ਕੀਤਾ ਜਾਏਗਾ। ਇਹਦੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਸ਼ੂਗਰ ਫੈਡ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੋਰਿੰਡੇ ਸਾਡਾ ਪੰਪ ਚੱਲ ਰਿਹਾ। ਬਾਕੀ ਸਾਡੀਆਂ ਜਿਹੜੀਆਂ ਮਨਜ਼ੂਰੀਆਂ ਮਿਲ ਗਈਆਂ ਇਮੀਡੀਏਟਲੀ ਅਸੀਂ ਉਹਨੂੰ ਸਟਾਰਟ ਕਰ ਦੇਣ ਲੱਗੇ। ਇਹ ਮੈਂ ਨਾਮ ਕਰ ਦਿੱਤਾ ਜੀ ਆਊਟਲੈਟ ਜਿਹੜੀ ਯੂਨੀਵਰਸਿਟੀ ਆਊਟਲੈਟ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਕਿ ਜਿੰਨੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਨੇ ਆਊਟਲੈਟ ਨੇ ਉਹਨਾਂ ਦੇ ਉੱਤੇ ਸਾਡੇ ਉਹ ਪ੍ਰੋਡਕਟ ਕਾਰਪੋਰੇਸ਼ਨ ਦੇ ਉੱਥੇ ਰੱਖ ਕੇ ਉਹ ਸਾਨੂੰ ਫ੍ਰੀ ਆਫ ਕਾਸਟ ਆਪਣਾ ਦੇਣਗੇ ਅਤੇ ਆਪਣੇ ਉਹਨਾਂ ਥਾਵਾਂ 'ਤੇ ਉਹਨਾਂ ਦਾ ਡਿਪਾਰਟਮੈਂਟ ਇੰਡੀਅਨ ਆਇਲ ਵਾਲੇ ਉਹ ਸਾਡੇ ਪ੍ਰੋਡਕਟ ਸੇਲ ਕਰਨਗੇ। ਇਹਨਾਂ ਬੜੀ ਵੱਡੀ ਸਾਨੂੰ ਹੋਰ ਮਿਲੇਗੀ। ਪੰਜਾਬ 'ਚ ਵੀ ਉਹ ਕਹਿੰਦੇ ਜੇ ਤੁਸੀਂ ਬਾਹਰ ਵੀ ਕਰਨਾ ਚਾਹੁੰਦੇ ਕਹਿੰਦੇ ਤੁਹਾਡੇ ਬਾਹਰ ਵੀ ਤੁਹਾਡੇ ਨਾਲ ਕਰਾਂਗੇ। ਮੰਤਰੀ ਟੋਟਲ ਪੰਪ ਹੈ ਕਿ ਨੇ ਉਹਨਾਂ ਦੀ ਕਿੰਨੀ? ਉਹਨਾਂ ਦੀ ਮੈਨੂੰ ਜਿੰਨੇ ਤੁਸੀਂ ਵੇਖੋ ਇੰਡੀਅਨ ਆਇਲ ਦੇ ਮੇਰੇ ਖਿਆਲ ਮੇਨ ਹੈ ਹੀ ਇੰਡੀਅਨ ਆਇਲ ਹੈ ਪੰਜਾਬ ਦੇ ਵਿੱਚ ਅਤੇ ਉਹਨਾਂ ਸਾਰੇ ਪੰਪਾਂ ਦੇ। ਹਾਂਜੀ ਹੁਣ ਤਾਂ ਰਿਲਾਇੰਸ ਵੀ ਆ ਗਿਆ। ਨਹੀਂ ਰਿਲਾਇੰਸ ਨਾਲ ਤਾਂ ਨਹੀਂ ਸਾਡੇ ਹੋਣਗੇ, ਸਾਡੇ ਤਾਂ ਇੰਡੀਅਨ ਆਇਲ ਦੇ ਨਾਲ ਹੀ ਨੇ ਅਤੇ ਉਹਨਾਂ ਦੇ ਨਾਲ ਜਿੰਨਾ ਸਾਡੇ ਨਾਲ ਕੀਤਾ ਉਹਨਾਂ ਨਾਲ ਹੀ ਰੱਖਾਂਗੇ। ਮੇਰੇ ਖਿਆਲ ਉੱਧਰ 'ਤੇ ਅਸੀਂ ਸਾਨੂੰ ਜਾਣਾ। ਸਭ ਤੋਂ ਵੱਡੀ ਜਿਹੜੀ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇੰਡੀਅਨ ਆਇਲ ਨੇ ਸਾਡੇ ਨਾਲ ਰਖੜਾ ਸ਼ੂਗਰ ਮਿਲ 'ਚ 180 ਕਰੋੜ ਦਾ ਕੀਤਾ MOU ਸਾਈਨ ਕੀਤਾ। ਉਹਦੇ 'ਚ ਜਿਹੜੀ ਪਰਾਲੀ ਤੋਂ ਉਹਦੇ ਤੋਂ CNG ਉਹਨੂੰ ਉਹ ਤਿਆਰ ਕਰਨੀ। ਔਰ ਮੇਰੇ ਖਿਆਲ ਹੈ ਕਿ 1,20,000 ਮੀਟ੍ਰਿਕ ਟਨ ਜਿਹੜੀ ਆ ਉਹ ਪਰਾਲੀ ਕੀਤੀ ਜਾਊਗੀ। ਮੇਰੇ ਇਹ ਪਟਿਆਲਾ ਡਿਸਟ੍ਰਿਕਟ ਤਕਰੀਬਨ ਉਹ ਕੰਜ਼ਿਊਮ ਕਰ ਲੈਣਗੇ ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਬਾਕੀ ਥਾਵਾਂ 'ਤੇ ਵੀ ਤੁਸੀਂ ਉਹ ਸਾਨੂੰ ਜਿੱਥੇ ਕੋਈ ਸਾਡੀ ਸ਼ੂਗਰ ਮਿਲ ਜੇ ਕੋਈ ਬੰਦ ਪਈ ਹੈ ਜਾਂ ਹੋਰ ਕਿਤੇ ਉਹ ਵੀ ਸਾਡੇ ਨਾਲ ਮੇਰੇ ਖਿਆਲ ਇੱਕ ਦੇ ਦਿਨ 'ਚ ਮੀਟਿੰਗ ਕਰਨਗੇ ਅਤੇ ਅਸੀਂ ਉਹਨਾਂ ਕਹਾਂਗੇ ਕਿ ਉਹ ਵੀ ਕਰੀਏ। ਨਾਲ ਹੀ ਅਸੀਂ ਇਹਦੇ 'ਚ MD ਸਾਹਿਬ ਬੈਠੇ ਨੇ, ਇਹਨਾਂ ਨੇ ਇੱਕ ਬੜੀ ਵਧੀਆ ਸੁਜੈਸ਼ਨ ਦਿੱਤੀ ਆ ਕਿ ਜਿਹੜਾ ਸਾਡੀ ਭੋਗਪੁਰ ਕੋਜਨ ਚੱਲ ਰਿਹਾ ਕਿ ਉਹਦੇ 'ਚ ਸਿਰਫ 140 ਦਿਨ ਉਹ ਚੱਲਦੀ ਆ, ਜਿੰਨੇ ਦਿਨ ਮਿਲ ਚੱਲਦੀ ਹੈ ਅਤੇ ਉਨੇ ਦਿਨ ਬਿਜਲੀ ਬਣੇਗੀ ਜਿਹੜੀ 15 ਮੈਗਾਵਾਟ। ਇਹਨਾਂ ਦੀ ਸੁਜੈਸ਼ਨ ਆਈ ਕਿ ਕਿਉਂ ਨਾ ਉਹਨੂੰ ਅਸੀਂ ਪੂਰੇ 360 ਦਿਨ ਜਿਹੜੇ ਆ 65 ਦਿਨ ਜਿਹੜੇ ਉਹਨੂੰ ਉਹਦੇ 'ਤੇ ਚਲਾਇਆ ਜਾਏ। ਉਹਦਾ 'ਤੇ ਇਹਨਾਂ ਨੇ ਪ੍ਰਪੋਜ਼ਲ ਬਣਾਈ ਆ। ਉਸ ਇਲਾਕੇ ਦੀ ਸਾਰੀ ਪਰਾਲੀ ਲੈ ਕੇ ਥੋੜ੍ਹੀ ਜਿਹੀ ਵਿੱਚ ਮਾਡਰਨ ਉਹਦੀ ਮੇਰੇ ਖਿਆਲ ਹੋਏਗੀ ਆਲਟਰੇਸ਼ਨ ਹੋਏਗੀ ਅਤੇ ਉਹਦੇ 'ਚ ਅਸੀਂ ਕਰਕੇ ਉਹ ਵੀ ਅਸੀਂ ਪੂਰਾ ਸਾਲ ਚਲਾਵਾਂਗੇ ਅਤੇ ਉਹਦੇ 'ਚ ਉਹ ਸਾਨੂੰ ਬੜਾ ਵੱਡਾ ਬੈਨੀਫਿਟ ਮਿਲੇਗਾ। 15 ਮੈਗਾਵਾਟ ਉਹ ਹੋਏਗੀ ਅਤੇ ਜੇ 15 ਮੈਗਾਵਾਟ ਨਾਲ ਜੇ ਪੂਰਾ ਸਾਲ ਚੱਲੇਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ੂਗਰ ਮਿਲ ਕੋਈ ਵੀ ਜਿਹੜੀ ਆ ਉਹ ਪ੍ਰੋਫਿਟ 'ਚ ਨਾ ਰਹੇ ਅਤੇ ਉਹਦੇ ਨਾ ਪੇਮੈਂਟ ਹੋਏ। ਦੂਸਰੀ ਜਿਹੜੀ ਅਸੀਂ ਕਰ ਰਹੇ ਹਾਂ ਸਭ ਤੋਂ ਵੱਡਾ ਜਿਹੜਾ ਸਾਡੀ ਗੌਰਮੈਂਟ ਨੇ ਕੀਤਾ ਕਿ ਪਿਛਲੇ 15-20 ਸਾਲ ਤੋਂ ਮੇਰੇ ਖਿਆਲ 25 ਸਾਲ ਤੋਂ ਹੀ ਜਿਸ ਵੇਲੇ ਗੜੇ ਵਾਲਾ ਜਲੰਧਰ ਵਾਲਾ ਕੇਂਦਰ ਰਿਸਰਚ ਸੈਂਟਰ ਬੰਦ ਹੋਇਆ, ਉੱਥੇ ਬਹੁਤ ਵੱਡਾ ਰਿਸਰਚ ਸੈਂਟਰ ਸੀਗਾ, ਉਦੋਂ ਤੱਕ ਸਾਨੂੰ
ਮਿਲਦੇ ਰਹੇ। 100 ਏਕੜ ਕਲਾਨੌਰ ਦੀ ਪੰਚਾਇਤ ਨੇ ਕੋਆਪਰੇਟਿਵ ਡਿਪਾਰਟਮੈਂਟ ਨੂੰ ਉਹ ਦੇ ਦਿੱਤਾ। ਉਹਦੇ 'ਚ ਇਹਨਾਂ ਨੇ ਅੱਗੋਂ ਸ਼ੂਗਰਫੈਡ ਨੂੰ ਸਬਲੈਟ ਕਰ ਦਿੱਤਾ। ਉੱਥੇ 100 ਏਕੜ ਦੇ ਵਿੱਚ ਸਾਡਾ ਰਿਸਰਚ ਸੈਂਟਰ ਜਿਹੜਾ ਉਹਨੂੰ ਅਸੀਂ ਕਰ ਰਹੇ ਹਾਂ ਕਿ ਨਵੀਆਂ ਵੈਰਾਈਟੀ ਜਿਹੜੀ ਆ। ਕੱਲ੍ਹ ਵੀ ਬੈਠੇ ਸੀ ਅਸੀਂ ਸਾਰੇ, ਸਾਡੇ ਕੋਲੋਂ ਉੱਥੋਂ ਦੇ ICR ਕਰਨਾਲ ਦੇ ਉਹ ਵੀ ਆ ਕੇ ਉਹ ਗੱਲ ਕਰਕੇ ਗਏ ਨੇ। ਕਿਹੜੀ ਨਵੀਂ ਵੈਰਾਈਟੀ ਸੀਗੀ 1253 ਕਿਹੜੀ 1503 ਉਹਦੀ ਉਹਨਾਂ ਨੇ ਦੱਸੀ ਆ। ਉਹਨੂੰ ਅਸੀਂ ਹੁਣ ਤੱਕ ਸਾਡੇ ਕੋਲ ਕਾਫੀ ਜਿਹੜੀਆਂ ਉਹਨਾਂ ਨੂੰ ਫਾਰਮਰਸ ਨੂੰ ਅਸੀਂ ਆਪਣੇ ਸ਼ੂਗਰ ਮਿਲਾਂ 'ਚ ਵੀ ਉਹਦੇ ਕਰ ਰਹੇ ਹਾਂ, ਟਰਾਇਲ ਲੈ ਰਹੇ ਹਾਂ। ਔਰ ਉਹਦੀ ਜਿਹੜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਯੀਲਡ ਆ ਉਹਦਾ ਝਾੜ ਆ ਉਹ ਕੋਈ 550 450 ਤੋਂ ਲੈ ਕੇ 550 ਕੁਇੰਟਲ ਦੇ ਵਿੱਚ। ਅਤੇ ਇਸ ਵੇਲੇ ਜਿਹੜੀ ਸਾਡੀ ਪੰਜਾਬ ਦੀ ਆ ਰਹੀ ਆ ਉਹ ਕੋਈ 250 ਤੱਕ 240 250 ਦੇ ਵਿੱਚ ਐਵਰੇਜ ਜਿਹੜੀ ਉਹ ਮੇਰੀ ਝਾੜ ਦੀ ਆ ਰਹੀ। ਜੇ ਇਹਦੇ 'ਚ ਡਬਲ ਹੋ ਜਾਂਦਾ ਤਾਂ ਇਹ ਬੜੀ ਸਾਡੇ ਵੱਡੀ ਲਈ ਅਚੀਵਮੈਂਟ। ਉਹਦੇ 'ਚ ਸਾਡੇ ਗਏ ਉੱਥੋਂ ਦਾ ਅਸੀਂ ਹੁਣ ਉਹਨੂੰ ਲੈਣ ਲੱਗੇ ਹਾਂ। ਇੰਤਕਾਲ ਸਾਡੇ ਨਾਲ ਹੋ ਗਿਆ ਸਾਡੀ ਡਿਪਾਰਟਮੈਂਟ ਦੇ ਨਾਲ। ਇਹ ਅਸੀਂ ਐਸੇ ਸਾਲ ਦੇ ਵਿੱਚ ਉਹਨੂੰ ਸਟਾਰਟ ਕਰ ਦੇਣ ਲੱਗੇ ਹਾਂ। ਇਹ ਕਿਰਾਏ ਤੇ ਨਹੀਂ, ਇਹ ਗਵਰਨਮੈਂਟ ਨੂੰ ਪੰਚਾਇਤ ਨੇ ਟਰਾਂਸਫਰ ਕਰ ਦਿੱਤੀ ਹੈ। ਹਾਂ, ਟਰਾਂਸਫਰ ਕਰ ਦਿੱਤੀ ਹੈ ਤੇ ਉਹਦੇ ਲਈ ਗੰਨੇ ਰਿਸਰਚ ਲਈ। ਔਰ ਇਹ ਪਹਿਲਾਂ ਹੋਏਗਾ ਕਿ ਅਸੀਂ ਰਿਸਰਚ ਜਿਹੜੀ ਆ ਉੱਥੇ ਕਰਕੇ, ਔਰ ਸਾਡਾ ਬੋਰਡ ਵੀ ਬਣ ਗਿਆ। ਉਹਦੇ 'ਚ ਡਾਇਰੈਕਟਰ ਅਸੀਂ ਅਪੁਆਇੰਟ ਕਰ ਰਹੇ ਹਾਂ ਬਹੁਤ ਜਲਦੀ। ਸਾਡੀ 12 ਨੂੰ ਮੇਰੇ ਖਿਆਲ ਕਿ 11 ਨੂੰ ਮੀਟਿੰਗ ਆ। ਉਹਦੇ 'ਚ ਅਸੀਂ ਉਸ ਦਿਨ ਡਾਇਰੈਕਟਰ ਅਪੁਆਇੰਟ ਕਰ ਦੇਣਾ ਤਾਂ ਕਿ ਇਹਨੂੰ ਵਧੀਆ ਤਰੀਕੇ ਨਾਲ ਅਸੀਂ ਚਲਾ ਸਕੀਏ। ਦੂਸਰਾ ਉਹਦੇ ਬਾਅਦ ਸਾਡਾ ਮਾਰਕੀਟ ਜਿਹੜੀ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਬੜੀ ਵੱਡੀ ਅਚੀਵਮੈਂਟ ਹੋਈ ਆ ਸ਼ਹਿਦ ਦੇ ਵਿੱਚ ਕਿ ਸ਼ਹਿਦ ਦੇ ਵਿੱਚ ਪੂਰੇ 13 ਜਿਹੜੇ ਕਿ ਉਹਨਾਂ ਦਾ ਟੈਸਟ ਹੋਇਆ। ਉਹਦੇ 'ਚ ਪਤੰਜਲੀ ਵੀ ਉੱਡ ਗਈ। ਉਹਦੇ 'ਚ ਮੇਰੇ ਖਿਆਲ ਆ ਜੋ ਕਿਹੜਾ ਡਾਬਰ ਵਾਲੇ ਚਲੇ ਗਏ। ਇੱਕ ਹੋਰ ਬੜਾ ਵੱਡਾ ਨਾਂ ਸੀ ਵੈਦਿਆਨਾਥ। ਇਹ ਜਿਹੜੀਆਂ ਜਿੰਨੇ ਸੀ ਉਹਨਾਂ 'ਚੋਂ ਸਾਡਾ 1 ਨੰਬਰ 'ਤੇ ਸਾਡਾ ਆ ਵੇਰਕਾ। ਮੈਂ ਆਪਣੇ ਮਾਰਕੀਟ ਨੂੰ ਮੁਬਾਰਕਬਾਦ ਵੀ ਦਿੰਦਾ। ਔਰ ਇਹਨਾਂ ਦੀ ਜਿਹੜੀ ਉਹਦਾ ਟੇਸਟ ਜਾਂ ਉਹਦੇ 'ਚ ਕੰਟੈਂਟਸ ਅਤੇ ਦੂਜਿਆਂ 'ਚੋਂ ਸ਼ੂਗਰ ਪਾਈ, ਸਾਡੇ 'ਚੋਂ 0% ਸ਼ੂਗਰ ਆਈ। ਔਰ ਇਹ ਸਾਡੀ ਬੜੀ ਵੱਡੀ ਅਚੀਵਮੈਂਟ ਹੈ। ਸੇਲ ਦੀ ਇਨਕਰੀਜ਼ ਸਾਡੇ ਕੋਲ ਉੱਤੇ 10 ਟਾਈਮਸ ਤੋਂ ਜ਼ਿਆਦਾ ਹੋ ਗਈ। ਅਤੇ ਉਹਦੇ 'ਚ ਥੋੜ੍ਹੀ ਸਾਡੀਆਂ ਇਹ ਹੈਗੀਆਂ ਨੇ ਕਿ ਬਾਬਾ ਰਾਮਦੇਵ ਵਾਂਗੂ ਅਸੀਂ ਬਹੁਤ ਐਡਵਰਟਾਈਜ਼ ਨਹੀਂ ਕਰ ਸਕੇ। ਤੇ ਜਿਹੜੇ ਮੰਤਰੀ ਨੇ ਦੱਸਿਆ 10% ਇਨਕਰੀਜ਼ ਹੋਈ ਹੈ 10 ਟਾਈਮਸ। ਪਰ ਪ੍ਰੋਕਿਊਰਮੈਂਟ ਕੀ ਕੁਆਲਿਟੀ ਉਹੀ ਸੇਮ ਮੇਨਟੇਨ। ਮੈਂ ਕਿਹਾ ਜੀ ਤੁਸੀਂ ਉਹਦੇ ਟੈਸਟ ਫੇਰ ਦੁਬਾਰਾ ਕਰਵਾ ਲਓ। ਨਾਲ ਵੀ ਉਹਦੇ 'ਚ ਵੇਖੋ ਸਾਡੀ ਅਟੈਂਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ ਨੇ। ਅਤੇ ਜੇ ਉਹ ਨਹੀਂ ਕਲੀਅਰ ਤਾਂ ਫਿਰ ਉਹ ਨਹੀਂ ਹੋ ਸਕਦਾ। ਇਹ ਜਿਹੜੇ ਡਿਪਾਰਟਮੈਂਟ ਹੁੰਦੇ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਆ, ਇਹ ਪ੍ਰੋਫਿਟ ਵਾਲੇ ਨਹੀਂਗੇ ਸਾਡੇ। ਇਹ ਸਾਡਾ ਨੋ ਪ੍ਰੋਫਿਟ ਨੋ ਲਾਸ 'ਤੇ ਚਲੇ ਜਾਣ। ਇਹ ਪਬਲਿਕ ਦੇ ਨੇ, ਇਹ ਪ੍ਰਾਈਵੇਟ ਕੰਪਨੀ ਨਹੀਂ ਗੀਆਂ ਕਿ ਅਸੀਂ ਉਹਦੇ 'ਚ ਕਿਤੇ ਸਸਤਾ ਲੈ ਕੇ ਮਹਿੰਗਾ ਵੇਚਾਂਗੇ। ਸੈਲਫ ਹੈਲਪ ਗਰੁੱਪ ਵੀ ਕੰਟਰੀਬਿਊਟ ਕਰ ਰਹੇ ਨੇ। ਜਿਹੜੇ ਕੋਈ ਵਧੀਆ ਜਿਹੜੇ ਫਾਰਮਰਸ ਨੇ ਜਿਹੜੇ ਆਪਣੇ ਜਿਹੜੇ ਚੰਗੇ ਤਰੀਕੇ ਨਾਲ ਕਰ ਰਹੇ ਨੇ, ਉਹਨਾਂ ਨੂੰ ਅਸੀਂ ਹੋਰ ਇਨਕਰੇਜ ਕਰ ਰਹੇ ਹਾਂ ਤਾਂ ਕਿ ਜਿਹੜਾ ਆਉਣ ਵਾਲਾ ਸਾਲ ਆ ਉਹਦੇ ਅਸੀਂ ਆਪਣੇ ਕੋਆਪਰੇਟਿਵ ਸੁਸਾਇਟੀਜ਼ ਵੱਲੋਂ ਉਹਨਾਂ ਨੂੰ ਲੋਨ ਵੀ ਦੇਣਾ ਚਾਹੁੰਦੇ ਹਾਂ ਕਿ ਉਹ ਲੈ ਕੇ ਅਤੇ ਆਪਣੇ ਜਿਹੜੇ ਮੱਖੀਆਂ ਉਹਨਾਂ ਨੂੰ ਹੋਰ ਪਾਲਣ। ਅਤੇ ਇਹਦੇ 'ਚ ਅੱਗੇ ਲੋਕਾਂ ਨੂੰ ਇਹ ਸੀ ਕਿ ਸ਼ਾਇਦ ਇਹ ਕੰਮ ਬਹੁਤ ਵਧੀਆ ਨਹੀਂ, ਪਰ ਜੋ ਹੁਣ ਆ ਇਹ ਲੋਕਾਂ ਨੂੰ ਪਤਾ ਲੱਗਾ ਅਤੇ ਕਾਫੀ ਲੋਕ ਸਾਨੂੰ ਕੰਟੈਕਟ ਵੀ ਕਰ ਰਹੇ ਨੇ। ਮੇਨ ਜਿਹੜੇ ਪ੍ਰੋਕਿਊਰ ਜਿਹੜਾ ਪੂਰਾ ਪੰਜਾਬ ਤੋਂ ਹੋਗਾ ਕਿ ਆਪਾਂ ਬਾਹਰੋਂ ਵੀ ਲੈਂਦੇ ਆਪਾਂ ਹਿਮਾਚਲ 'ਚੋਂ ਵੀ ਲੈਂਦੇ ਹਾਂ, JNK 'ਚੋਂ ਲੈਂਦੇ। ਜਿੱਥੇ ਉਹ ਨਹੀਂ ਕੀਤਾ ਜਾਏਗਾ ਕਿ ਜਿੱਥੇ ਜਿਹੜੇ ਖੇਤੀ ਜ਼ਿਆਦਾ, ਜਿੱਥੇ ਗਰੀਨਰੀ ਆ, ਫਲਾਵਰਿੰਗ ਜਿੱਥੇ ਆ, ਸਾਡਾ ਉਹਦੇ 'ਤੇ ਮੇਨ ਫੋਕਸ ਹੈ ਕਿ ਉਹਨਾਂ ਨੂੰ ਲਿਆ ਜਾ, ਬਾਕੀ ਕੋਈ ਸ਼ਾਇਦ ਨਾ ਖਰੀਦਾ ਜਾਏ। ਪ੍ਰੋਫਿਟ ਤੇ ਤਾਂ ਹੀ ਚੱਲ ਰਹੇ ਆ, ਪਰ ਨਹੀਂ, ਮੈਂ ਤੁਹਾਨੂੰ ਕਿਹਾ ਕਿ ਸਾਡਾ ਇਹ ਕੰਮ ਨਹੀਂ ਕਿ ਹੁਣ 30% ਵਿੱਚ ਉਹਦੇ 'ਚ ਸ਼ੂਗਰ ਜਿਹੜੀ ਉਹਨੂੰ ਮਿਕਸ ਕਰ ਦਈਏ। ਇਹ ਮੈਂ ਕਿਹਾ ਤੁਹਾਨੂੰ ਕਿ ਪ੍ਰੋਫਿਟ ਜਿਹੜਾ
ਇਹਦੇ 'ਚ ਵੀ ਪ੍ਰੋਫਿਟ, ਪਰ ਇਹ ਨਹੀਂ ਕਿ ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਕਿ ਅਸੀਂ ਐਡ ਪਰ ਰੱਖ ਕੇ ਲੋਕਾਂ ਨੂੰ, ਤੇ ਤਾਂ ਹੀ ਪਤਾ ਲੱਗੇਗਾ ਕਿ ਗਵਰਨਮੈਂਟ ਤੇ ਪ੍ਰਾਈਵੇਟ ਦਾ ਕੀ ਫਰਕ ਆ। ਹੁਣ ਸਾਡੀ ਮੇਰੇ ਖਿਆਲ ਅਜੇ ਤੱਕ ਅਸੀਂ ਰੇਟ ਨਹੀਂ ਵਧਾਇਆ, ਜੋ ਸਾਡਾ ਸੀਗਾ ਸੇਮ ਰੇਟ ਰੱਖਿਆ ਕਿ ਇੰਨੀ ਪ੍ਰੋਡਕਸ਼ਨ ਔਰ ਇੰਨੀ ਉਹਦੀ ਪਰਚੇਜ ਤੇ ਵੀ। ਤੇ ਜੇ ਕੋਈ ਪ੍ਰਾਈਵੇਟ ਹੁੰਦਾ ਤੇ ਮੇਰਾ ਖਿਆਲ ਹੈ ਕਿ 50 ਰੁਪਏ ਜ਼ਰੂਰ 3000 ਮੀਟਰ ਟਨ ਕਪੈਸਿਟੀ ਹੈ ਪਲਾਂਟ ਦੀ। ਸਦਰ ਸਟੇਟਸ ਆਪਣੇ ਜਿਹੜੀਆਂ ਹੈਗੀਆਂ ਉੱਥੋਂ ਵੀ ਕਈ ਜਗ੍ਹਾ ਤੋਂ ਕੁਐਰੀ ਆਈ ਸੀ ਕਿ ਸਾਡੇ ਇੱਥੇ ਅਵੇਲੇਬਿਲਿਟੀ ਹੈ ਕਿ ਨਹੀਂ, ਕੀ ਉਹ ਐਕਸਪਲੋਰ ਕੀਤੀ ਗਈ ਸਟੇਟਸ? ਉਹ ਹੁਣ ਕਰਾਂਗੇ। ਸਾਡੀ ਜਿਹੜੀ ਅੱਜ ਤੱਕ ਜਿਹੜੀ ਆਪਣੀ ਪਲਾਂਟ ਦੀ ਕਪੈਸਿਟੀ ਉਹ 3000 ਮੈਟ੍ਰਿਕ ਟਨ ਹੈ, ਤੇ ਸਾਡੇ ਕੋਲ ਆਪਣੀ ਬਹੁਤ ਹੈ। ਬਾਕੀ ਹੁਣ ਅਸੀਂ ਇਹਦਾ ਸਾਡੇ ਪਿੱਛੇ ਵੀ ਮੀਟਿੰਗ ਕੀਤੀ ਹੈ, ਅਸੀਂ ਇਹਦੀ ਜਿਹੜੀ ਪਰਚੇਜ਼ ਜਿਹੜੀ ਉਹਨੂੰ ਵਧਾਉਣ ਲੱਗੇ ਹਾਂ ਤਾਂ ਕਿ ਇਹਨੂੰ ਐਕਸਪੋਰਟ ਵਾਲੇ ਪਾਸੇ ਅਸੀਂ ਇਹ ਲੈ ਕੇ ਜਾ ਰਹੇ ਹਾਂ। ਮੰਤਰੀ ਜੀ ਇੱਕ ਟੈਕਨੀਕਲ ਜਿਹਾ ਸਵਾਲ ਹੈ ਕਿ ਉਹ ਜਿੱਦਾਂ ਡਾਬਰ ਤੇ ਵੈਦਨਾਥ ਫੇਲ ਹੋਏ, ਸਫੋਲਾ ਤੇ ਮਾਰਕਫੈਡ ਪਾਸ ਹੋਏ, ਉਹ ਇਹੋ ਜੀ ਕਿਹੜੀ ਮਿਨਿਊਟ ਚੀਜ਼ ਹੈ ਜਿਹੜੇ ਉਹਦੇ ਚ ਮਿਲਾਵਟ ਕਰਦੇ ਆ, ਉਹ ਕੀ ਹੈ? ਜੇ ਤੁਸੀਂ ਉਹਦਾ ਬੋਲਦੇ ਹੋ ਵੀ ਉਹ ਲੋਕੀ ਅਵੇਅਰ ਹੋਣਗੇ ਵੀ ਉਹ ਕਿੱਦਾਂ ਉਹ ਕਰ ਜਾਂਦੇ ਵੀ। ਦੇਖੋ ਉਹਨਾਂ ਦੇ ਵਿੱਚ ਜਿਹੜੀ ਮੈਂ ਜਿਹੜੀ ਵੇਖੀ ਕਿ ਇਹ ਪਤੰਜਲੀ ਵਾਲਿਆਂ ਦੀ, ਉਹਨਾਂ ਦੀ 30% ਵਿੱਚ ਸ਼ੂਗਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ 10 ਟੈਸਟਾਂ ਚੋਂ ਮੈਂ 10ਵੇਂ ਨੰਬਰ ਤੇ ਉਹ ਫੇਲ ਹੋਏ ਡਾਬਰ ਵਾਲੇ, 9 ਚੋਂ ਪਾਸ ਹੋ ਗਏ ਤੇ ਮਾਰਕਫੈਡ 10 ਚੋਂ ਪਾਸ ਹੋਏ। 10 'ਚ ਪਾਸ ਹੋਏ। ਕਿਹੜੀ ਚੀਜ਼ ਕਿਵੇਂ ਮਿਕਸ ਕਰਦੇ ਟੈਕਨੀਕਲ? ਇਹ ਤੇ ਹੁਣ ਮੈਂ ਵੀ ਬਹੁਤਾ ਨਹੀਂ, ਮੈਂ ਤੇ ਇਹੋ ਹੀ ਦੇਖਿਆ, ਤੇ ਮੇਰੇ ਖਿਆਲ ਇਹਨਾਂ ਨੂੰ ਪਤਾ ਹੋਏਗਾ ਮੇਰੇ ਤੋਂ ਜ਼ਿਆਦਾ। ਸਿਰਫ ਹੁੰਦਾ ਸਰ ਇੱਕ ਚਾਈਨੀਜ਼ ਚਾਈਨ- ਸ਼ੂਗਰ ਸਪੈਸ਼ਲ ਆਉਂਦਾ ਹੈ। ਹਾਂ। ਉਹ ਜਨਰਲੀ ਸਾਰੇ ਟੈਸਟ ਜੇਕਰ ਉਹ ਵਧੀਆ ਟੈਸਟ ਨਾ ਹੋਣ ਤਾਂ ਉਹ ਫੜਿਆ ਨਹੀਂ ਜਾਂਦਾ ਸਰ। ਸੋ ਇੱਕ ਐਨਐਮਆਰ ਟੈਸਟ ਹੁੰਦਾ ਹੈ, NMR ਨਿਊਕਲੀਅਰ ਮਸ਼ੀਨ ਡਿਟੈਕਟ ਮੈਗਨੇਟਿਕ ਰੈਜ਼ੋਨੈਂਸ ਟੈਸਟ ਹੁੰਦਾ ਹੈ। ਸੋ ਉਹਦੇ ਵਿੱਚ ਉਹ ਫੜਿਆ ਜਾਂਦਾ ਹੈ। ਉਹ ਜਨਰਲੀ ਜਰਮਨ ਦੀ ਲੈਬ ਦਾ ਉੱਥੋਂ ਟੈਸਟ ਕਰਾਈਦਾ ਹੈਗਾ, ਤਾਂ ਹੀ ਕਰਕੇ ਇਹਦੇ ਵਿੱਚ ਜਿਹੜੇ ਬਾਕੀ ਕੀ ਬ੍ਰਾਂਡ ਦੇ ਵਿੱਚ ਇਹ ਲੈਬੋਰਟਰੀ ਕਾਫੀ ਸਰ ਜਰਮਨੀ ਦੀ ਸਰ ਲੈਬੋਰਟਰੀਜ਼ ਹੈਗੀਆਂ ਜਿਹੜੀ ਐਨਐਮਆਰ ਟੈਸਟ ਕਰਦੀਆਂ ਹੈ। ਦੂਸਰਾ ਜੀ ਸਾਡੇ ਮਾਰਕਫੈਡ ਦੀ ਦੂਸਰੀ ਜਿਹੜੀ ਅਸੀਂ ਮਾਰਕਫੈਡ ਦੀ ਸਭ ਤੋਂ ਵੱਡੀ ਸਾਡੀ ਅਚੀਵਮੈਂਟ ਹੋਈ ਹੈ ਕਿ ਜਿਹੜਾ ਸਾਡੇ ਪ੍ਰੋਡਕਟ ਨੇ ਦਾਲਾਂ, ਐਡੀਬਲ ਆਇਲਸ, ਉਹਦੇ 'ਚ ਜੇਲ ਡਿਪਾਰਟਮੈਂਟ ਬੈਠਾ, ਅਸੀਂ ਟੋਟਲ ਜਿਹੜੀ ਆ ਸਪਲਾਈ ਓਪਨ ਮਾਰਕੀਟ ਤੋਂ ਲੈ ਕੇ ਉਹ ਸਾਰੀ ਦੀ ਸਾਰੀ ਮਾਰਕਫੈਡ ਔਰ ਮਿਲਕਫੈਡ ਤੇ ਸ਼ੂਗਰਫੈਡ ਕੋਲੋਂ ਜੇਲ੍ਹਾਂ ਦੇ ਵਿੱਚ ਵੀ ਅਸੀਂ ਕੀਤੀ ਹੈ। ਨਾਲ ਦੀ ਨਾਲ ਹੀ ਸਾਡੇ ਜਿਹੜੀ ਹੌਸਪਿਟੈਲਿਟੀ ਡਿਪਾਰਟਮੈਂਟ ਆ, ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ, ਰਾਸ਼ਨ ਡਿਪੂ ਜਿਹੜੇ ਨੇ ਉੱਥੇ ਜਿਹੜੀ ਪਤਾ ਤੁਹਾਨੂੰ ਉੱਥੇ ਜਾ ਰਿਹਾ। ਫਿਰ ਇਸੇ ਤਰ੍ਹਾਂ ਹੀ ਸਾਨੂੰ ਗਵਰਨਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕੋਈ 5 ਕਰੋੜ ਦਾ ਹੈ ਜੀ, 12 ਕਰੋੜ ਦਾ ਸਾਨੂੰ ਮਾਰਕਫੈਡ ਨੂੰ ਇੱਥੋਂ ਹੀ ਮਿਲਿਆ ਸੀ। ਇਸੇ ਤਰ੍ਹਾਂ ਹੈਲਥ, ਫਿਰ ਸਾਡੀ ਜਿਹੜੀ ਆਂਗਨਵਾੜੀ ਸੈਂਟਰਸ ਨੇ ਉਹਨਾਂ ਦੇ ਵਿੱਚੋਂ ਹੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਉਹ ਕਰਕੇ ਦਿਓ। ਇਸ ਕਰਕੇ ਕਾਫੀ ਜਿਹੜੀ ਕੋਈ ਹੈਗੀ ਹੈ ਪਰਚੇਜ਼ ਸੇਲ ਆ, ਉਹ ਸਾਡੀ ਅਸੀਂ ਗਵਰਨਮੈਂਟ ਦੀ ਜਿਹੜੀ ਹੈ ਕਿ ਉਹ ਮਾਰਕੀਟ ਦੇ ਓਪਨ ਮਾਰਕੀਟ 'ਚ ਉਹਨਾਂ ਨੂੰ ਖਰੀਦਣ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਸਾਡੇ ਕੋਲੋਂ ਕੋਈ ਮਾਰਕਫੈਡ ਡਿਪਾਰਟਮੈਂਟ ਕੋਲੋਂ ਇਹ ਸਪਲਾਈ ਲਈ ਜਾਏ। ਇਹ ਬੜੀ ਵੱਡੀ ਸਾਡੇ ਲਈ ਤੇ ਇਨਕਰੀਜ਼ ਹੋਈ ਹੈ। ਮੇਨਲੀ ਸਾਡੀ ਜੀ ਇੰਸ਼ੋਰੈਂਸ਼ੀਅਲਸ ਆਫ ਪਲਸਿਸ ਹੈ ਵਿਨਰ ਇਨਕਰੀਜ਼ 800%। ਸਾਡੀ ਦਾਲਾਂ ਦੇ ਵਿੱਚ ਇਨਕਰੀਜ਼ ਆ ਗਈ ਇਹਨਾਂ ਡਿਪਾਰਟਮੈਂਟਸ ਨੂੰ ਵੱਖਰੇ ਨੂੰ ਕਰਨ ਦੇ ਵਿੱਚ। ਇਹ ਜਿਹੜੀ ਦਾਲਾਂ ਦੀ ਖਰੀਦ ਹੈ ਇਹ ਆਪਾਂ ਕੰਟਰੈਕਟ ਫਾਰਮਿੰਗ ਤੇ ਕਰਾ ਰਹੇ ਹਾਂ ਜਾਂ ਓਪਨ ਮਾਰਕੀਟ ਤੋਂ ਲੈ ਰਹੇ ਹਾਂ? ਇਹ ਟੈਂਡਰਿੰਗ ਕਰਦੇ ਆ ਪਰ ਇਹ ਤਾਂ ਘੱਟੋ ਘੱਟ ਆਪਣੇ ਫਾਰਮਰ ਨੂੰ ਦੇ ਦਿੰਦੇ ਉਹਨਾਂ ਨੂੰ। ਫਾਰਮਰ ਵੀ ਉਸ ਪਾਰਟਿਸਿਪੇਟ ਕਰਦੇ ਕਿ ਸੋਸਾਇਟੀ ਦਾ ਅਜੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਬਹੁਤ ਦਾਲਾਂ ਦੇ ਵਿੱਚ ਲੋਕਾਂ ਦਾ ਇੰਟਰਸਟ ਹੈ ਨਹੀਂ। ਹੁਣ ਜਦੋਂ ਇਹ ਤਾਂ ਪਤਾ ਲੱਗਾ ਤਾਂ ਜ਼ਰੂਰ ਆਉਣਗੇ। ਪਰ ਜੇ ਮਾਰਕੀਟ ਨੂੰ ਅਗਰ ਅੱਛੀ ਕੀਮਤ ਦੇਗਾ ਤਾਂ ਨੈਚੁਰਲੀ ਉਹ ਕਰੇਗਾ। ਬਿਲਕੁਲ ਅਸੀਂ ਕਰਾਂਗੇ। ਹੁਣ ਉਹਨਾਂ ਨੂੰ ਇਹ ਆਪਣੀਆਂ ਸੁਸਾਇਟੀਜ਼ ਦੇ ਵਿੱਚ ਬਕਾਇਦਾ ਹੀ ਇਸ਼ਤਿਹਾਰ ਲਾਏ ਨੇ ਕਿ ਜਿਹੜੇ ਫਾਰਮਰਸ ਆਉਣਾ ਚਾਹੁੰਦੇ ਸਾਡੇ ਨਾਲ ਡਾਇਰੈਕਟ ਵੀ ਡੀਲ ਕਰ ਸਕਦੇ। ਐਸਜੀਪੀਸੀ ਭਾਵੇਂ ਤੁਹਾਡੇ ਤੋਂ ਦੁੱਧ ਘਿਓ ਖਰੀਦਣਾ ਬੰਦ ਕਰ ਗਈ ਹੈ, ਤੁਸੀਂ ਫਾਰਮਰਸ ਤੁਸੀਂ ਉਹ ਵਾਹਿਗੁਰੂ ਨੇ ਸਾਨੂੰ ਹੋਰ ਰਸਤੇ ਕਈ ਦੇ ਦਿੱਤੇ ਸੀ। ਮੈਂ ਅੱਗੇ ਮਾਰਕੀਟ ਦਾ ਮਿਲਕਫੈਡ ਦਾ ਵੀ ਆਵਾਂਗਾ, ਉਹ ਮੈਂ ਤੁਹਾਨੂੰ ਦੱਸਾਂਗਾ। ਸਾਡੀ ਵੈਸੇ ਐਮਡੀ ਸਾਹਿਬ ਬੈਠੇ, ਇਹਨਾਂ ਨੇ ਮੇਰੇ ਖਿਆਲ 25% ਸਾਡੀ ਸੇਲ ਅਬਾਵ ਹੋ ਗਈ ਜੀ ਘਿਓ 'ਚ 32% ਸਾਨੂੰ ਬਾਬੇ ਨੂੰ ਹੋਰ ਕਿਰਪਾ ਕਰ ਦਿੱਤੀ, ਉਹਦੀ ਕੋਈ ਗੱਲ ਨਹੀਂ। ਔਰ ਪੂਰੀ ਪ੍ਰਾਈਸ ਤੇ ਉੱਥੇ ਸਾਨੂੰ 12 ਕਰੋੜ ਜਿਹੜਾ ਸੀਗਾ ਲਾਸ ਹੁੰਦਾ ਸੀ। 12 ਕਰੋੜ ਜਿਹੜਾ ਅਸੀਂ ਉਹਨਾਂ ਨੂੰ ਸਪਲਾਈ ਕਰਦੇ ਸੀ, ਤੇ ਉਹਨਾਂ ਦੇ ਬੰਦ ਹੋਣ ਨਾਲ
ਤੇ ਉੱਥੇ ਜਿਹੜੀਆਂ ਅਰਦਾਸਾਂ ਹੋਈਆਂ ਕਿ ਮਾਰਕੀਟ ਨੂੰ ਮਿਲਕਫੈਡ ਨੂੰ ਕਿਉਂ ਨਹੀਂ ਲਿਆ, ਉਹਦੇ ਤੋਂ ਬਿਨਾਂ ਸਾਡੀ 32% ਇਨਕਰੀਜ਼ ਹੋਈ। ਉਹਦੇ 'ਚ ਉਹ ਸਾਰਾ ਕੁਝ ਉਹ ਨੈਕਸਟ ਪੁਆਇੰਟ ਲਿਖਾਂਗੇ ਹੁਣ। ਤੇ ਜਿਹੜੀ ਮੰਤਰੀ ਜੀ ਤੁਸੀਂ ਗੱਲ ਕੀਤੀ, ਥੋੜੀ ਜਿਹੀ ਇਹਨੂੰ ਐਲੈਬੋਰੇਟ ਕਰੋ ਕਿ 12 ਕਰੋੜ ਦਾ ਲਾਸ ਕਿੱਦਾਂ ਹੁੰਦਾ ਸੀ? ਉੱਥੇ ਜਿਹੜਾ ਟੈਂਡਰ ਦੇਈਦਾ ਸੀ, ਅਸੀਂ ਉਹਨੂੰ ਟੈਂਡਰ ਨੂੰ ਲੈਸ ਕਰ ਦਿੰਦੇ ਸੀ, ਸਸਤਾ ਵੇਚੀਦਾ ਸੀ ਉਹਨਾਂ ਨੂੰ, ਮਾਰਕੀਟ ਨਾਲ ਉਹਨੂੰ ਸਸਤਾ ਵੇਚ ਦਿੰਦੇ ਸੀ ਗੁਰਦੁਆਰਾ ਸਾਹਿਬ ਕਰਕੇ। ਗੁਰਦੁਆਰਾ ਸਾਹਿਬ ਕਰਕੇ, ਐਸਜੀਪੀਸੀ ਕਰਕੇ ਨਹੀਂ, ਗੁਰਦੁਆਰਾ ਸਾਹਿਬ ਕਰਕੇ। ਹਾਂਜੀ, ਪ੍ਰਧਾਨ ਕੀ ਦਾ ਨੁਕਸਾਨ ਹੋਇਆ ਹੁਣ ਪਤਾ ਨਹੀਂ। ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸੋਨਾ ਐਡੀਬਲ ਆਇਲ ਆ, ਇਹਦੇ ਐਕਸਪੋਰਟ ਕਰ ਰਹੇ ਹਾਂ ਅਸੀਂ। ਇਹ ਸੋਨਾ ਵਾਲੇ ਮਾਰਕੀਟ ਵਾਲੇ 101 ਕੰਟੇਨਰ ਜਿਹੜੇ ਨੇ ਅਸੀਂ ਉਹਨਾਂ ਨੂੰ ਬਾਹਰਲੇ ਕੰਟਰੀਆਂ 'ਚ ਭੇਜ ਰਹੇ ਹਾਂ। ਤੇ ਹੁਣ ਸਾਡੀ ਇਹ ਹੈ ਕਿ ਅਸੀਂ ਐਕਸਪੋਰਟ ਨੂੰ ਜ਼ਿਆਦਾ ਵਧਾਉਣ ਲੱਗੇ। 1 ਕੰਟੇਨਰ ਚ ਰੁਪੀਸ ਚ ਜ਼ਿਆਦਾ ਇਹਦਾ ਆ ਜਾਏਗਾ ਜੀ, ਕਿੰਨੇ ਕਰੋੜ ਦਾ ਆ ਗਿਆ ਜੀ? ਇਹ 15 ਕਰੋੜ ਦੇ ਵਿੱਚ 15 ਕਰੋੜ ਦਾ। ਇਹ ਚ ਜਾ ਕੀ ਰਿਹਾ ਸਾਧ ਵਗੈਰਾ ਹੈ? ਸਾਰੇ ਜਿੰਨੇ ਪ੍ਰੋਡਕਟ ਨੇ ਸਾਡੇ ਟੋਟਲ। ਅਜੇ ਤੇ ਗਲਫ 'ਚ ਜਾ ਰਿਹਾ ਜੀ, ਇੱਧਰ ਦੁਬਈ ਸਾਈਡ ਇੱਧਰ ਜਾ ਰਿਹਾ। ਬਾਕੀ ਹੁਣ ਸਾਨੂੰ ਕਾਫੀ ਡਿਮਾਂਡ ਆਈ ਹੈ ਇੱਧਰੋਂ ਯੂਰਪ 'ਚੋਂ ਵੀ। ਮੰਡੀ ਚ ਇਨਕਰੀਜ਼ ਕਿੰਨੀ ਹੈ? ਇਨਕਰੀਜ਼ ਇਹਦੀ ਹੈਗੀ ਆ ਜੀ ਅਗੇਂਸਟ 312 ਇਨਕਰੀਜ਼ ਇਹਦੀ 87 ਤੋਂ ਅਸੀਂ ਅਜੇ 101 ਤੇ ਪਹੁੰਚੇ। ਕੋਵਿਡ ਦੇ ਦੌਰਾਨ 87 ਸੀਗੇ ਪਹਿਲਾਂ ਕੰਟੇਨਰ ਜਾਂਦੇ, ਤੇ ਹੁਣ ਸਾਡਾ 101 ਚਲੇ ਗਏ। ਤੇ ਇਹਦੇ 'ਚੋਂ ਹੋਰ ਵਧੇਗੀ। ਜਿਹੜਾ ਲੋਕਡਾਊਨ ਕਰਕੇ ਤੇ ਰੇਲ ਰੋਕੋ ਕਰਕੇ ਵੀ ਸਾਡੇ ਕੰਟੇਨਰ ਜਿਹੜੇ ਕਾਫੀ ਰੁਕੇ ਰਹੇ ਨੇ, ਹੁਣ ਉਹ ਸਾਰੇ ਨਿਕਲੇ ਨੇ। ਇਹਦਾ ਵਧੇਗੀ ਹੋਰ ਵੀ। ਤੇ ਨਾਲ ਹੀ ਸਾਨੂੰ ਜਿਹੜੇ ਯੂਰਪ ਤੇ ਹੋਰਨਾਂ ਕੰਟਰੀ ਦੇ ਵਿੱਚੋਂ ਵੀ ਸਾਨੂੰ ਹੁਣ ਐਪਲੀਕੇਸ਼ਨਸ ਆ ਰਹੀਆਂ ਕਿ ਅਸੀਂ ਤੁਹਾਡੇ ਡੀਲਰ ਬਣਨਾ ਚਾਹੁੰਦੇ ਹਾਂ। ਉਹਦੇ ਅਸੀਂ ਇਹ ਹੁਣ ਜਲਦੀ ਉਹ ਵੀ ਸਟਾਰਟ ਕਰਾਂਗੇ। ਸਾਡੇ 2 ਕੈਟਲ ਫੀਡ ਪਲਾਂਟ ਨੇ, ਔਰ ਉਹਦੇ 'ਚ ਜਿਹੜਾ ਕਪੂਰਥਲਾ ਵਾਲਾ, ਉਹਦੀ ਅਸੀਂ 150 ਟਨ ਤੋਂ 300 ਟਨ 'ਤੇ ਉਹਦੀ ਕਪੈਸਿਟੀ ਲੈ ਗਏ। ਕੋਈ ਉਹਦੇ ਟੋਟਲ ਜਿਹੜਾ ਸੈਟਅਪ ਕਰਨ 'ਤੇ 13 ਕਰੋੜ ਜਿਹੜਾ ਉਹਦੇ 'ਤੇ ਸਾਡਾ ਖਰਚਾ ਆਇਆ ਕਿ ਉੱਥੇ ਦੀ। ਔਰ ਦੂਸਰਾ ਜਿਹੜਾ ਉੱਥੇ ਗਿੱਦੜਬਾਹ ਲੱਗਾ, ਉਹਦੀ ਵੀ ਅਸੀਂ ਹੁਣ ਕਰਨ ਲੱਗੇ ਹਾਂ ਰੈਨੋਵੇਸ਼ਨ। ਤੇ ਮੈਂ MD ਸਾਹਿਬ ਨੂੰ ਕਿਹਾ ਕਿ ਉਹਨੂੰ ਦੇਖ ਕੇ, ਬਹੁਤ ਪੁਰਾਣਾ ਪਲਾਂਟ ਲੱਗਾ, ਤੇ ਉਹਦੀ ਵੀ ਅਸੀਂ ਨਾਲ ਕਰਨ ਲੱਗੇ। ਔਰ ਇਹਦੇ 'ਚ ਸਾਡੀ ਜਿਹੜੀ ਦੋਨਾਂ ਡਿਪਾਰਟਮੈਂਟਾਂ ਦੀ, ਮਿਲਕਫੈਡ ਤੇ ਮਾਰਕਫੈਡ ਦੀ ਸੇਲ ਜਿਹੜੀ ਹੈ ਇਹ ਕਾਫੀ ਵਧੀਆ ਜਿਹੜੀ ਹੈ ਕਿ ਉਹਦੇ 'ਚ ਇਨਕਰੀਜ਼ ਹੈ। ਔਰ ਲੋਕਾਂ ਦੇ ਵਿੱਚ ਇਹਨਾਂ ਦੋਨਾਂ ਹੀ ਡਿਪਾਰਟਮੈਂਟਾਂ ਲਈ ਮੈਕਸਿਮਮ ਜਿਹੜੇ ਵੱਡੇ ਫਾਰਮਰਸ ਨੇ ਉਹਨਾਂ ਦੇ ਵਿੱਚ ਬੜਾ ਹੈਗਾ ਇੰਟਰਸਟ ਹੈ ਕਿ ਅਸੀਂ ਆਪਣੀ ਫੀਡ ਬਣਾਉਣ ਦੀ ਬਜਾਏ ਇਹ ਅਸੀਂ ਹੁਣ ਵੈਦਰ ਵਾਈਜ਼ ਉਹਦਾ ਕਰ ਦਿੱਤੇ, ਗਰਮੀਆਂ ਵਾਲੀ, ਸਰਦੀਆਂ ਵਾਲੀ, ਇਹ ਸਾਰੀਆਂ ਵੱਖਰੀਆਂ ਫੀਡ ਜਿਹੜੀ ਬਣਾ ਕੇ, ਜਿਵੇਂ ਬਾਹਰਲੇ ਕੰਟਰੀ 'ਚ ਉਹ ਅਸੀਂ ਉਸੇ ਤਰੀਕੇ ਦੇ ਨਾਲ ਹੀ ਫੀਡ ਇਹਨਾਂ ਨੂੰ ਜਿਹੜੀ ਦੇਣ ਲੱਗ ਪਏ। ਸਾਡੇ ਐਗਰੋ ਕੈਮੀਕਲ ਜਿਹੜਾ ਪਲਾਂਟ ਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਫਰਟੀਲਾਈਜ਼ਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਪਰ ਇੱਕ ਜ਼ਰੂਰ ਚੀਜ਼ ਵੇਖਣ ਚਾਹੀਏ ਕਿ ਸਾਡੀ ਜੋ ਕਪੈਸਿਟੀ ਸੀ ਐਤਕੀ 4 ਲੱਖ ਟਨ ਅਸੀਂ ਦੇਣੀ, 4.5 ਲੱਖ 'ਚੋਂ ਅਜੇ ਤੱਕ ਅਸੀਂ 3 ਲੱਖ ਟਨ ਉਹ ਦੇ ਪਾਏ ਹਾਂ। ਤੇ ਮੇਰੇ ਖਿਆਲ ਇਹਨੂੰ ਜੇ ਇਹ ਕਹੀਏ ਕਿ ਘੱਟ ਕਿਉਂ ਵੀ, ਕਿ ਮੈਂ ਕਹੂੰਗਾ ਕਿ ਬਹੁਤ ਵਧੀਆ ਹੋਇਆ ਕਿ ਕਿਸਾਨਾਂ ਦੇ ਉੱਤੇ ਜਿਹੜਾ ਇੰਨੇ ਓਵਰਡੋਜ਼ ਦੇ ਦਿੰਦੇ ਸੀ, ਉਹਦੇ 'ਚ ਉਹਨਾਂ ਥੋੜ੍ਹੀ ਜਿਹੀ ਐਤਕੀ ਪਤਾ ਲੱਗ ਜੂਗਾ ਕਿ ਘੱਟ ਯੂਰੀਆ ਦੇ ਨਾਲ ਵੀ ਵਧੀਆ ਝਾੜ ਆ ਸਕਦਾ। ਇਸੇ ਤਰ੍ਹਾਂ ਪੈਡੀ ਰਾਈਸ ਦੇ ਵਿੱਚ ਅਸੀਂ 24% ਜਿਹੜੀ ਹੈ ਸਾਡਾ ਮਾਰਕਫੈਡ ਜਿਹੜਾ ਪਰਚੇਜ਼ ਕਰਦਾ ਟੋਟਲ ਪੰਜਾਬ ਦੇ ਉਹਦੀ ਪ੍ਰੋਕਿਉਰਮੈਂਟ 'ਚ, ਉਹਦਾ ਸਾਡਾ ਉਹਦੇ 'ਚ ਹੈਗਾ। ਜੀ ਪਿਛਲੀ ਤੁਹਾਡੀ ਗਵਰਨਮੈਂਟ ਨੇ ਕਿਹਾ ਸੀ ਕਿ ਮਾਰਕੀਟ ਨੂੰ ਆਪਾਂ ਇਸ ਤੋਂ ਬਾਹਰ ਕੱਢਾਂਗੇ ਚੀਜ਼ ਤੋਂ, ਪਰ ਮੇਰੇ ਖਿਆਲ ਉਹ ਪੋਸੀਬਲ ਨਹੀਂ ਹੋ ਸਕਿਆ। ਸਿਰਫ ਪੰਜਾਬ ਐਗਰੋ ਨੂੰ ਉਹਨਾਂ ਨੇ ਬਾਹਰ ਕੀਤਾ, ਕਿਉਂਕਿ ਇਹ ਸਾਰਾ ਕੁਝ ਇਹਨਾਂ ਬਰਡਨ ਕਾਫੀ ਜਿਹੜਾ ਉਧਰ ਨੂੰ ਚਲਾ ਜਾਣਾ ਸੀ। ਇਸੇ ਤਰ੍ਹਾਂ ਹੀ ਨੈਕਸਟ ਆ ਗਿਆ ਜੀ ਸਾਡਾ ਸਹਿਕਾਰਤਾ ਵਿਭਾਗ ਦੇ ਹੁਣ ਜਿਹੜੇ ਮੇਨ ਜਿਹੜੀ ਚੀਜ਼ ਹੈ ਕਿ ਜੋ ਅਸੀਂ ਕੀਤੀ ਆ ਕਿ ਵੱਖ-ਵੱਖ ਬ੍ਰਾਂਚਾਂ 'ਤੇ ਜਿਹੜੀਆਂ ਐਗਰੀਕਲਚਰ ਸੁਸਾਇਟੀਜ਼ ਨੇ
ਉਹਨਾਂ ਦੇ ਵਿੱਚ ਘਪਲੇਬਾਜ਼ੀ ਬਹੁਤ ਹੋਈ ਹੈ। ਜਿਵੇਂ ਉੱਚਾ ਪਿੰਡ ਆ ਜਲੰਧਰ ਦੇ ਵਿੱਚ, ਉੱਥੋਂ ਕੋਆਪਰੇਟਿਵ ਜਿਹੜੇ ਆਡਿਟ ਵਾਲੇ ਇੰਸਪੈਕਟਰ ਵੀ ਅਤੇ ਉੱਥੋਂ ਦੇ ਸੈਕਟਰੀ ਵੀ, ਉੱਥੋਂ ਜਿਹੜੀ ਐਮਬੈਜ਼ਲਮੈਂਟ ਫੜੀ ਦੋਨਾਂ ਨੂੰ ਹੀ ਅੰਦਰ ਕੀਤਾ ਗਿਆ। ਜਿਹੜੇ ਆਫੀਸਰ ਨੇ ਉਹਨਾਂ ਨੂੰ ਚਾਰਜਸ਼ੀਟ ਕੀਤਾ। ਨਾਲ ਦੀ ਨਾਲ ਹੀ ਇੱਕ ਚੁਗਾਵਾਂ ਅੰਮ੍ਰਿਤਸਰ ਤਰਸਿੱਕਾ ਕੋਆਪਰੇਟਿਵ ਬੈਂਕ ਹੈ ਸਾਡਾ, ਉੱਥੇ 3 ਵੱਖ-ਵੱਖ ਸੁਸਾਇਟੀਜ਼ ਸੀਗੀਆਂ। ਉਹਨਾਂ ਦੇ ਵਿੱਚੋਂ ਅਸੀਂ ਐਮਬੈਜ਼ਲਮੈਂਟ ਫੜੀ ਔਰ ਉਹ ਕੋਈ 29 ਕਰੋੜ ਤੱਕ ਹੁਣ ਤੱਕ ਸੁਸਾਇਟੀਆਂ ਦੀ ਜਿਹੜੀ ਚਲੀ ਗਈ। ਉੱਥੋਂ ਦੇ ਸੈਕਟਰੀ ਸਾਹਿਬ ਨੇ ਉਹ ਜਿਹੜੇ ਫੋਰਨ ਦੇ ਟੂਰ ਵੀ ਨੇ ਉਹ ਵੀ ਬੈਂਕ ਉਹਦੇ ਚੋਂ ਕੋਆਪਰੇਟਿਵ ਸੁਸਾਇਟੀ ਚੋਂ ਹੀ ਕਰਦੇ ਰਹੇ ਔਰ ਉਹ ਵੀ ਉਹ ਬਿਜ਼ਨਸ ਕਲਾਸ 'ਚ ਕਰਦੇ ਰਹੇ ਨੇ। ਉਹ ਦੂਸਰੀ ਆਰਡੀਨਰੀ 'ਚ ਵੀ ਨਹੀਂ ਕਰਦੇ ਰਹੇ। 30-35 ਲੱਖ ਦੇ ਤਾਂ ਮੇਰੇ ਖਿਆਲ ਬਿਜ਼ਨਸ ਕਲਾਸ ਦੇ ਵਿੱਚ ਉਹ ਸੈਰ ਹੀ ਕਰਕੇ ਆ ਗਏ। ਇਸੇ ਤਰ੍ਹਾਂ ਹੀ ਨਾਲ ਹੀ ਕੁਲਾਰ ਸੁਸਾਇਟੀ ਇੱਕ ਜਲੰਧਰ ਦੇ ਵਿੱਚ, ਉਹਦੇ ਚੋਂ 7 ਕਰੋੜ ਦੀ ਇਨਵੈਸਟਮੈਂਟ ਫੜੀ। ਇਹ ਜਿਹੜੀ ਤੁਸੀਂ ਤਰਸੀਕਾ ਲਗਾਈ 29 ਕਰੋੜ ਹੈ? 29 ਕਰੋੜ ਹੈ। ਇਹਦੇ ਤੋਂ ਵੱਧ ਜਾਣੀ ਹੈ ਮੇਰੇ ਖਿਆਲ ਹੈ ਕਿ ਜੀ ਇਨਕੁਆਇਰੀ ਚੱਲ ਰਹੀ ਹੈ ਅਤੇ ਇਹਨਾਂ ਦੇ ਬੰਦੇ ਅਸੀਂ ਅਰੈਸਟ ਕਰ ਲਏ ਨੇ। ਕੋਲਿਆਂ ਵਾਲੀ ਦੀ ਜਦ ਥੋੜ੍ਹੀ ਜਿਹੀ ਰਹਿ ਗਈ ਆ, ਉਹ ਬਿਮਾਰ ਹੋ ਗਿਆ। ਮੈਂ ਵੀ ਉਹਨੂੰ ਮੇਰੇ ਖਿਆਲ ਕਹਿੰਦੇ ਉਹਨਾਂ ਬੜਾ ਸੀਰੀਅਸ ਕੋਈ ਪ੍ਰੋਬਲਮ ਆ ਗਈ ਆ ਅਤੇ ਉਹਨਾਂ ਦੇ ਪੈਸੇ ਮੇਰੇ ਖਿਆਲ 1 ਕਰੋੜ ਸਾਡੇ ਕੋਲ ਆ ਗਿਆ। 1 ਕਰੋੜ ਹੈ ਕਿ ਫਿਰ ਤਾਂ 50 ਲੱਖ